ते शिवा पर मोहे है, शुभ कर्म ते कभू न डरूं, न डरूं और सोच अब जाए लड़ूं, निश्चय कर अपनी जीत करूं। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਸੰਗਤ ਟੈਲੀਵਿਜ਼ਨ ਦਾ ਖਾਸ ਪ੍ਰੋਗਰਾਮ ਖਾਲਸਾ ਰਾਜ ਕਿਵੇਂ ਬਣਿਆ। ਹੁਣ ਤੱਕ ਇਸ ਪ੍ਰੋਗਰਾਮ ਦੇ 432 ਭਾਗ ਅਸੀਂ ਆਪ ਜੀ ਦੀ ਸੇਵਾ ਵਿੱਚ ਪੇਸ਼ ਕਰ ਚੁੱਕੇ ਤੇ ਅੱਜ 433 ਨੰਬਰ ਲੈ ਕੇ ਅਸੀਂ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ ਹਾਂ। ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਜਿੱਥੇ ਜਿੱਥੇ ਵੀ ਬੈਠੇ, ਜਿਸ ਮੁਲਕ ਵਿੱਚ ਬੈਠੇ, ਜਿਸ ਜਗ੍ਹਾ ਤੇ ਬੈਠੇ, ਜਿਸ ਥਾਂ ਤੇ ਵੀ ਬੈਠੇ ਇਸ ਪ੍ਰੋਗਰਾਮ ਨੂੰ ਤੁਸੀਂ ਦੇਖਦੇ ਹੋ, ਆਨੰਦ ਮਾਣਦੇ ਹੋ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਖਾਸ ਕਰਕੇ ਧੰਨਵਾਦ ਸਤਿਕਾਰਯੋਗ ਵੀਰ ਜੀ ਰਣਜੀਤ ਸਿੰਘ ਰਾਣਾ ਜੀ ਦਾ, ਜਿਹੜੇ ਕਿ ਰਜੇਵਿਆਂ ਭਰੇ ਟਾਈਮ 'ਚੋਂ ਟਾਈਮ ਕੱਢ ਕੇ ਇਸ ਪ੍ਰੋਗਰਾਮ ਨੂੰ ਆਪ ਸੰਗਤਾਂ ਦੇ ਸਾਹਮਣੇ ਪੇਸ਼ ਕਰਦੇ ਨੇ। ਵੀਰ ਜੀ ਨੂੰ ਜੀ ਆਖਦੇ, ਸਵਾਗਤ ਕਰਦੇ ਨੇ। ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਗੁਰੂ ਫਤਿਹ ਸਾਂਝੀ ਕਰਦੇ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਸਵਾਲ ਵੀਰ ਜੀ ਮੇਰਾ ਕਿ ਪਿਛਲੇ ਕਈ ਐਪੀਸੋਡ ਵਿੱਚ ਤੁਸੀਂ ਦੱਸਿਆ ਕਿ ਮੁਗਲ ਫੌਜਾਂ ਨੇ ਕੋਸ਼ਿਸ਼ ਕੀਤੀ, ਨਾਲੇ ਮੁਗਲਾਂ ਨੇ ਤੇ ਪਹਾੜੀ ਰਾਜਿਆਂ ਨੇ ਕਿ ਅਨੰਦਪੁਰ ਸਾਹਿਬ ਜਿਹੜਾ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਸਹੁੰਆਂ ਵੀ ਖਾਧੀਆਂ ਕਿ ਤੁਸੀਂ ਅਨੰਦਪੁਰ ਛੱਡ ਦਿਓ, ਪਰ ਸਤਿਗੁਰੂ ਜੀ ਨੂੰ ਅਖੀਰ ਤੇ ਇਹ ਫੈਸਲਾ ਕਰਨਾ ਪਿਆ ਕਿ ਅਸੀਂ ਅਨੰਦਪੁਰ ਤੋਂ ਬਾਹਰ ਚਲੇ ਜਾਂਦੇ ਹਾਂ। ਅਨੰਦਪੁਰ ਛੱਡਣ ਵੇਲੇ ਸਤਿਗੁਰੂ ਜੀ ਜਿਹੜੇ ਸੀ ਉਹ ਸਰਸਾ ਨਦੀ ਦੇ ਕੰਢੇ ਪਹੁੰਚੇ ਹੋਏ ਸੀ। ਉੱਥੇ ਵੀ ਜੰਗ ਹੋਈ। ਉਹ ਸਰਸਾ ਨਦੀ ਦੇ ਕੰਢੇ ਜਿਹੜੀ ਜੰਗ ਹੋਈ, ਇਹਦਾ ਸਿੱਖ ਇਤਿਹਾਸ ਵਿੱਚ ਇੱਕ ਆਪਣਾ ਹੀ ਮਹੱਤਵ ਹੈ। ਇਹਦੇ ਬਾਰੇ ਵੀ ਤੁਸੀਂ ਸੰਗਤਾਂ ਦੇ ਨਾਲ ਸਾਂਝ ਪਾਇਓ। ਨਾਲੇ ਤੁਸੀਂ ਪਿਛਲੇ ਐਪੀਸੋਡ ਦੱਸਿਆ ਸੀ ਕਿ ਤੁਸੀਂ ਔਰੰਗਜ਼ੇਬ ਨੂੰ ਤੁਸੀਂ ਬਾਦਸ਼ਾਹ ਕਿਹਾ ਤੇ ਸਤਿਗੁਰੂ ਜੀ ਨੂੰ ਪਾਤਸ਼ਾਹ ਕਿਹਾ। ਸਾਡੇ ਵੀਰ ਜੀ ਜਸਵੀਰ ਸਿੰਘ ਜੀ ਨੇ ਸਾਨੂੰ ਇਸ ਸਵਾਲ ਕੀਤਾ ਸੀ, ਜਸਪ੍ਰੀਤ ਸਿੰਘ ਜੀ ਨੇ, ਪਰ ਮੈਨੂੰ ਆਪ ਨੂੰ ਇੰਨਾ ਫਰਕ ਨਹੀਂ ਸੀ। ਉਹ ਵੀ ਕਹਿੰਦੇ ਕਿ ਇਹ ਬਾਦਸ਼ਾਹ ਤੇ ਪਾਤਸ਼ਾਹ ਵਿੱਚ ਕੀ ਫਰਕ ਹੁੰਦਾ, ਬਾਦਸ਼ਾਹ ਕਿੱਥੇ ਵਰਤਿਆ ਜਾਂਦਾ ਤੇ ਪਾਤਸ਼ਾਹ ਕਿੱਥੇ ਵਰਤਿਆ ਜਾਂਦਾ। ਇਹਦੇ ਬਾਰੇ ਵੀ ਤੁਸੀਂ ਸੰਗਤਾਂ ਨੂੰ ਸਮਝਾ ਦਿਓ। ਬਾਹਰ ਜਿਹੜੇ ਸਰੋਤੇ ਨੇ ਕਈ ਮੇਰੇ ਵਰਗੇ, ਜਿਨ੍ਹਾਂ ਨੂੰ ਇਸ ਫਰਕ ਦਾ ਪਤਾ ਨਹੀਂ ਵੀ ਕਿੱਥੇ ਬਾਦਸ਼ਾਹ ਤੇ ਕਿੱਥੇ ਪਾਤਸ਼ਾਹ ਲੱਗਦਾ ਹੈ। ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਲੜੀ ਨੂੰ ਜੋੜ ਕੇ ਅਗਾਂਹ ਵੀ ਤੋਰਿਆ, ਸਵਾਲ ਵੀ ਖੜਾ ਕੀਤਾ ਤੇ ਨਾਲ ਪਿਛਲੇ ਐਪੀਸੋਡ ਜੋ ਆਪਾਂ ਸ਼ਬਦ ਵਰਤਿਆ ਸੀ ਬਾਦਸ਼ਾਹ ਤੇ ਪਾਤਸ਼ਾਹ, ਬਾਦਸ਼ਾਹ ਸ਼ਬਦ ਔਰੰਗਜ਼ੇਬ ਲਈ ਜੀ ਤੇ ਪਾਤਸ਼ਾਹ ਸ਼ਬਦ ਗੁਰੂ ਗੋਬਿੰਦ ਸਿੰਘ ਲਈ ਜੀ, ਉਹਦਾ ਫਰਕ ਵੀ ਪੁੱਛਿਆ। ਹਾਂਜੀ, ਇਹ ਧੰਨਵਾਦ ਤੁਹਾਡਾ ਬਹੁਤ ਬਹੁਤ। ਇੱਥੇ ਮੈਂ ਗੱਲ ਹੋਰ ਕਹਿ ਰਿਹਾ ਜੀ ਕਿ ਸਿਧਾਂਤਕ ਤੌਰ ਤੇ ਕੋਈ ਵੀ ਸਵਾਲ ਇਹ ਪ੍ਰਸੰਗ ਸੁਣਦਿਆਂ ਤੁਹਾਡੇ ਮਨ 'ਚ ਆਵੇ ਜੀ ਤੇ ਸੰਗਤ ਟੈਲੀਵਿਜ਼ਨ ਤੇ ਫੋਨ ਕਰਕੇ ਜ਼ਰੂਰ ਸਾਡੀ ਜਿਹੜੀ ਟੀਮ ਆ ਇੱਥੇ ਉਹਨੂੰ ਲਿਖਾ ਦਿਆ ਕਰੋ। ਬਿਲਕੁਲ ਆਪਾਂ ਕੋਸ਼ਿਸ਼ ਕਰਾਂਗੇ। ਹਾਂਜੀ, ਦਾਵਾ ਕੋਈ ਨਹੀਂ ਕਿ ਹਰ ਗੱਲ ਦਾ ਜਵਾਬ ਦਿੱਤਾ ਜਾ ਸਕਦਾ, ਹਰ ਗੱਲ ਦਾ ਜਵਾਬ ਹੁੰਦਾ ਵੀ ਨਹੀਂ ਜੀ, ਪਰ ਕੋਸ਼ਿਸ਼ ਕਰਾਂਗੇ ਕਿ ਜੇ ਸਾਡੇ ਸੱਚੀ ਕੋਈ ਸ਼ੰਕੇ ਹੈਗੇ ਆ ਤੇ ਉਹਨਾਂ ਦੀ ਨਿਵਰਤੀ ਹੋ ਸਕੇ ਜਿੰਨੀ ਕੋਈ ਸਤਿਗੁਰੂ ਸੋਝੀ ਦੇਵੇ। ਜਿਹੜੀ ਨਹੀਂ ਸਮਝ ਆਊਗੀ ਉਹ ਸਤਿਗੁਰੂ ਨੂੰ ਅਰਦਾਸਾਂ ਕਰਾਂਗੇ ਕਿ ਰਮਜਾਂ ਵਾਲਿਆ ਸਾਨੂੰ ਸਮਝ ਬਖਸ਼। ਜੀ ਸਾਰੇ ਮਿਲ ਕੇ ਕਰਾਂਗੇ, ਸਤਿਗੁਰੂ ਆਪੇ ਸਮਝ ਬਖਸ਼ੇਗਾ। ਸਤਿਗੁਰੂ ਨੂੰ ਅਰਦਾਸ ਵੀ ਕਰਾਂਗੇ। ਪਰ ਜਿੱਦਾਂ ਤੁਸੀਂ ਨਾਂ ਲਿਆ ਜਸਪ੍ਰੀਤ ਸਿੰਘ ਜੀ, ਹਾਂਜੀ, ਅੱਛਾ, ਉਹਨਾਂ ਦਾ ਸਵਾਲ ਸੀ ਇਹ ਪਾਤਸ਼ਾਹ। ਮੇਰੇ ਖਿਆਲ ਮੈਂ ਇੱਥੋਂ ਗੱਲ ਸ਼ੁਰੂ ਕਰਾਂਗੇ, ਪਹਿਲਾਂ ਲੜਦੇ ਚੱਲਦੇ ਪ੍ਰਕਾਰ ਮੇਰੇ ਖਿਆਲ ਉਹਨਾਂ ਦਾ ਜਿਹੜਾ ਸਵਾਲ ਉਹਦਾ ਜਵਾਬ ਉੱਥੋਂ ਸ਼ੁਰੂ ਕਰ ਲਵਾਂ। ਮੈਂ ਬਹੁਤ ਛੋਟੇ ਸ਼ਬਦਾਂ 'ਚ ਗੱਲ ਕਰ ਲੈਣਾ, ਫਿਰ ਜੀ ਕਦੀ ਵਿਸਥਾਰ ਨਾਲ ਇਹਦੇ ਉੱਤੇ ਗੱਲ ਕਰਾਂਗੇ। ਪਾਤਸ਼ਾਹ ਸ਼ਬਦ ਗੁਰੂ ਗੋਬਿੰਦ ਸਿੰਘ ਨੇ, ਜੀ ਔਰ ਪੂਰੀ ਗੁਰਬਾਣੀ ਦੇ ਵਿੱਚ, ਪੂਰੇ ਸਿੱਖ ਇਤਿਹਾਸ ਦੇ ਵਿੱਚ ਗੁਰੂ ਸਾਹਿਬ ਲਈ ਪਾਤਸ਼ਾਹ ਸ਼ਬਦ ਹੀ ਵਰਤਿਆ ਗਿਆ ਹੈ। ਜੀ ਜਿੱਥੇ ਕਿਤੇ ਬਾਦਸ਼ਾਹ ਸ਼ਬਦ ਵਰਤਿਆ ਹੈ ਉਹਦੇ ਨਾਲ ਸ਼ਬਦ ਵਰਤਿਆ ਦਰਵੇਸ਼। ਜੀ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਸਿੰਘ। ਜਿਹੜਾ ਬਾਦਸ਼ਾਹੀ ਤਾਕਤਾਂ ਦਾ ਮਾਲਕ ਹੋ ਕੇ ਨਾਲ ਦਰਵੇਸ਼ ਵੀ ਹੋਵੇ, ਜੀ ਜੀ ਉਹ ਗੁਰੂ ਗੋਬਿੰਦ ਸਿੰਘ ਹੈ। ਜੀ ਨਾਲ ਦਰਵੇਸ਼ ਵੀ ਹੋਵੇ, ਨਾਲ ਨਾਲ ਅਧਿਆਤਮਿਕ ਬਿਰਤੀਆਂ ਦਾ ਮਾਲਕ ਹੋਵੇ। ਇੱਕ ਸ਼ਬਦ ਇੱਕ ਥਾਂ ਹੀ ਵਰਤਿਆ ਗਿਆ ਇਹ ਗੱਲ। ਹਾਂਜੀ, ਬਾਕੀ ਸਤਿਗੁਰੂ ਦੀ ਸਾਰੀ ਥਾਂ ਤੇ ਪਾਤਸ਼ਾਹ ਸ਼ਬਦ ਹੀ ਵਰਤਿਆ ਗਿਆ ਆ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਵਾਰ-ਵਾਰ ਸ਼ਬਦ ਬੈਠਾ ਸੱਚਾ ਬੈਠਾ ਸੋਢੀ ਪਾਤਸ਼ਾਹ। ਜੀ ਹਾਂਜੀ, ਔਰ ਪਾਤਸ਼ਾਹ ਸ਼ਬਦ ਵਾਰ-ਵਾਰ ਵਰਤਿਆ ਗਿਆ ਗੁਰਬਾਣੀ ਦੇ ਵਿੱਚ। ਬਹੁਤ ਵਾਰੀ ਵਰਤਿਆ ਸ਼ਬਦ ਗੁਰੂ ਸਾਹਿਬਾਨ ਦੇ ਲਈ ਪਾਤਸ਼ਾਹ ਸ਼ਬਦ। ਸੋ ਉਸੇ ਪ੍ਰੋਪਰਟੀ 'ਚ ਮੈਂ ਪਾਤਸ਼ਾਹ ਸ਼ਬਦ ਵਰਤਿਆ ਆ। ਬਾਦਸ਼ਾਹ ਔਰੰਗਜ਼ੇਬ ਲਈ, ਮੁਗਲ ਬਾਦਸ਼ਾਹ ਲਈ ਵਰਤਿਆ ਜਾਂਦਾ, ਉਸੇ ਪ੍ਰੋਪਰਟੀ ਵਰਤਿਆ, ਪਰ ਇਹਦੇ ਅਰਥਾਂ 'ਚ ਵੀ ਫਰਕ ਆ ਜੀ, ਔਰ ਇਸ ਕਰਕੇ ਵੀ ਵਰਤੇ ਜਾਂਦੇ ਆ। ਹਾਂਜੀ, ਬਾਦਸ਼ਾਹ ਸ਼ਬਦ ਹੈ, ਬਾਦ ਹੁੰਦਾ ਜੰਗ, ਜੀ ਆਪਾਂ ਸ਼ਬਦ ਵਰਤਦੇ ਨਾ ਵਾਦ ਵਿਵਾਦ, ਹਾਂਜੀ, ਹਾਂਜੀ, ਉੱਥੋਂ ਸ਼ਬਦ ਬਣਿਆ ਬਾਦ। ਵਾਦ ਵਿਵਾਦ ਕਰਕੇ ਜਿਨ੍ਹਾਂ ਨੇ ਸ਼ਾਹ ਹੋਣ ਦਾ ਰੁਤਬਾ ਹਾਸਲ ਕੀਤਾ ਉਹ ਬਾਦਸ਼ਾਹ। ਜੀ
ਜੰਗਾਂ ਯੁੱਧਾਂ ਕਰਕੇ, ਧਰਤੀ ਮੱਲ ਕੇ, ਵਾਦ ਵਿਵਾਦ ਕਰਕੇ, ਲੜਾਈਆਂ ਛੇੜ ਕੇ, ਝਿੰਜੜੀਆਂ ਛੇੜ ਕੇ, ਝਗੜੇ ਛੇੜ ਕੇ, ਲੁੱਟਾਂ ਖੋਹਾਂ ਕਰਕੇ, ਵਾਦ ਵਿਵਾਦ ਕਰਕੇ ਜਿਨ੍ਹਾਂ ਨੇ ਸ਼ਾਹ ਹੋਣ ਦਾ ਰੁਤਬਾ ਹਾਸਲ ਕੀਤਾ ਉਹ ਬਾਦਸ਼ਾਹ। ਜੀ ਜੀ ਬਦਨੀਤੀ ਨਾਲ ਕਹਿ ਸਕਦੇ ਹਾਂ। ਬਦਨੀਤੀ ਨਹੀਂ, ਬਾਦ ਸ਼ਬਦ ਬਾਦ ਤੋਂ ਬਣਿਆ ਸ਼ਬਦ। ਜੀ ਜੀ ਜਿਨ੍ਹਾਂ ਨੇ ਇਦਾਂ ਵਾਦ ਵਿਵਾਦ ਕਰਕੇ, ਜਿਨ੍ਹਾਂ ਨੇ ਲੜਾਈ ਝਗੜੇ ਕਰਕੇ ਜੀ ਸ਼ਾਹ ਹੋਣ ਦਾ ਰੁਤਬਾ ਹਾਸਲ ਕੀਤਾ ਉਹ ਬਾਦਸ਼ਾਹ। ਪਰ ਜਿਨ੍ਹਾਂ ਨੇ ਤੁਹਾਡੀ ਪੱਤ ਦੀ ਰੱਖਿਆ ਕਰਦਿਆਂ ਹੋਇਆਂ ਇੱਥੇ ਵੀ ਤੁਹਾਡੀ ਪੱਤ ਰਹੇ, ਉੱਥੇ ਵੀ ਤੁਹਾਡੀ ਪੱਤ ਰਹੇ, ਤੁਸੀਂ ਹਾਲਤ ਵੀ ਸੁਖੀ ਰਹੋ, ਤੁਸੀਂ ਪੱਤ ਵੀ ਸੁਖੀ ਰਹੋ। ਤੁਹਾਡੀ ਪੱਤ ਰੱਖਣ ਦੇ ਲਈ, ਜਿਹੜੀ ਤੁਹਾਡੀ ਪੱਤ ਰੱਖਣ ਦੇ ਲਈ, ਤੁਹਾਨੂੰ ਸਹੀ ਮਾਰਗ ਦਿਖਾਉਣ ਦੇ ਲਈ, ਤੁਹਾਨੂੰ ਜ਼ਿੰਦਗੀ ਦਾ ਸਹੀ ਮਾਰਗ ਦਿਖਾਉਂਦਿਆਂ ਤੁਹਾਡੇ ਹਿਰਦਿਆਂ ਦੇ ਅੰਦਰ ਸ਼ਾਹ ਹੋਣ ਦਾ ਰੁਤਬਾ ਹਾਸਲ ਕੀਤਾ ਉਹ ਬਾਦਸ਼ਾਹ। ਹਾਂਜੀ। ਭਾਈ ਗੁਰਦਾਸ ਜੀ ਕਹਿੰਦੇ ਆ ਨਾ, ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਗੱਦੀ ਤੇ ਬੈਠਦੇ ਆ, ਕਹਿੰਦੇ ਬੈਠਾ ਸੋਢੀ ਪਾਤਸ਼ਾਹ ਜੀ, ਜਾਣੀ ਕਿ ਨਹੀਂ, ਗੁਰੂ ਰਾਮਦਾਸ ਦੇ ਵੇਲੇ ਗੁਰਬਾਣੀ ਜ਼ਿਕਰ ਕੀਤਾ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਉਹ ਸ਼ਬਦ ਸੀ ਜਿਹੜਾ ਨਾਲ ਮਿਕਸ ਕਰਦੇ, 5 ਪਿਆਲੇ 5 ਪੀਰੀ ਛਟਮ ਪੀਰ ਬੈਠਾ ਗੁਰ ਭਾਰੀ, ਵੀ ਸੋਢੀਆਂ ਦੀ ਪੀੜੀ ਚੱਲੀ ਆ। ਪਰ ਇੱਥੇ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਤੁਹਾਡੀ ਪੱਤ ਰੱਖਣ ਦੇ ਲਈ, ਤੁਹਾਡੀ ਪੱਤ ਦੇ ਰਾਖੇ ਬਣ ਕੇ, ਤੁਹਾਡੀ ਪੱਤ ਇੱਥੇ ਵੀ ਰਹੇ, ਧਰਮਰਾਜ ਦੇ ਦਰਬਾਰ 'ਚ ਰਹੇ, ਦੁਹਰਾ ਕੇ ਸ਼ਬਦ ਕਹਿ ਦਿਆਂ, ਜਿਹਨੇ ਉਹਦੇ ਲਈ ਕਰਕੇ ਤੁਹਾਡੇ ਦਿਲਾਂ ਦੇ ਅੰਦਰ ਸ਼ਾਹ ਦਾ ਰੁਤਬਾ ਹਾਸਲ ਕੀਤਾ ਆ। ਜੇ ਤੁਸੀਂ ਸਭ ਕੁਝ ਨਿਸ਼ਾਵਰ ਕਰ ਦੇਣਾ ਚਾਹੁੰਦੇ ਆ ਕਿ ਤੁਹਾਡੀ ਪੱਤ ਕਾਇਮ ਰੱਖੇ, ਜਿਹੜਾ ਕਿ ਤੁਹਾਡੀ ਪੱਤ ਕਾਇਮ ਰੱਖਣ ਦੇ ਲਈ ਤੁਹਾਨੂੰ ਐਲਾਨ ਕਰਦਾ ਕਿ ਜੇ ਜੀਵੇ ਪੱਤ ਲੱਥੀ ਜਾਏ ਸਭ ਹਰਾਮ ਜੇਤਾ ਕਿ ਸਿਖਾਏ। ਜੇ ਜੀਂਦਿਆਂ ਹੋਇਆਂ ਪੱਤ ਲੱਥੀ ਜਾ ਰਹੀ ਤੇ ਉਹ ਜੀਵਨ ਕਾਹਦਾ ਫਿਰ। ਜਿਹੜਾ ਤੁਹਾਡੀ ਪੱਤ ਦਾ ਰਾਖਾ ਆ ਉਹ ਪਾਤਸ਼ਾਹ ਜੀ, ਜਿਹੜਾ ਤੁਹਾਡੀ ਇੱਜ਼ਤ ਦਾ ਰਾਖਾ ਆ ਇੱਥੇ ਵੀ ਤੇ ਉੱਥੇ ਵੀ, ਜਿਹਨੇ ਤੁਹਾਨੂੰ ਇੱਜ਼ਤ ਦਾ ਪੱਤ ਦੀ ਜ਼ਿੰਦਗੀ ਦੇਣੀ ਆ ਉਹ ਪਾਤਸ਼ਾਹ। ਸੋ ਇਹ ਫਰਕ ਹੈ। ਸਿੱਖ ਗੁਰੂ ਸਾਹਿਬਾਨ ਪਾਤਸ਼ਾਹ ਤੁਹਾਡੀ ਪੱਤ ਦੇ ਰਾਖੇ, ਇੱਥੇ ਵੀ ਉੱਥੇ ਵੀ, ਹਾਲਤ 'ਚ ਵੀ ਪਲਤ 'ਚ ਵੀ, ਲੋਕ 'ਚ ਵੀ ਪਰਲੋਕ 'ਚ ਵੀ। ਤੇ ਬਾਦਸ਼ਾਹ ਜਿਹੜਾ ਦੁਨੀਆ ਦੀਆਂ ਜੰਗਾਂ ਜਿੱਤਾਂ ਲੜ ਕੇ ਦੁਨੀਆ ਦਾ ਸ਼ਾਹ ਬਣ ਗਿਆ ਆ ਉਹ ਬਾਦਸ਼ਾਹ। ਸੋ ਮੁਗਲ ਬਾਦਸ਼ਾਹ ਦੇ ਲਈ ਸ਼ਬਦ, ਮੁਗਲ ਹਾਕਮਾਂ ਦੇ ਲਈ ਸ਼ਬਦ ਬਾਦਸ਼ਾਹ ਹੀ ਵਰਤਿਆ ਜਾਂਦਾ ਆ, ਔਰ ਦੁਨੀਆ ਭਰ ਦੇ ਹਾਕਮਾਂ ਲਈ ਸ਼ਬਦ ਬਾਦਸ਼ਾਹ ਵਰਤਿਆ ਜਾਂਦਾ ਆ। ਪਰ ਜਿਹੜੇ ਅਧਿਆਤਮਿਕ ਤੌਰ ਤੇ ਉੱਚੇ ਰੁਤਬੇ ਤੇ ਲੈ ਕੇ ਜਾਂਦੇ ਪੱਤ ਦੇ ਰੱਖ ਕੇ ਬੰਦੇ, ਉਹਨਾਂ ਲਈ ਪਾਤਸ਼ਾਹ ਸ਼ਬਦ ਵਰਤਿਆ ਜਾਂਦਾ। ਬਿਲਕੁਲ ਬਹੁਤ ਵੱਡਾ ਇਹ ਵੱਡੇ ਗਿਆਨ ਦੀ ਗੱਲ ਨਹੀਂ, ਇਹ ਤਾਂ ਸਦੀ ਗੱਲ ਹੈਗੀ ਆ। ਪਰ ਫਿਰ ਵੀ ਜਿਸ ਨੂੰ ਨਹੀਂ ਸਮਝ ਉਹਦੇ ਲਈ ਪਾਤਸ਼ਾਹ ਤੇ ਬਾਦਸ਼ਾਹ। ਆਪਾਂ ਹੁਣ ਆਪਣੇ ਇਤਿਹਾਸ ਤੇ ਆ ਜਾਈਏ ਜੀ। ਤੁਹਾਡਾ ਸਵਾਲ ਸੀ, ਦੁਬਾਰਾ ਦੁਹਰਾ ਕੇ ਕਹਿ ਦਿਆਂ, ਮੇਰੇ ਖਿਆਲ ਜੀ ਮੈਂ ਭੁੱਲਿਆ ਨਹੀਂ ਤਾਂ, ਕਿ ਸਰਸਾ ਨਦੀ ਦੇ ਕੰਢੇ ਲੜੀ ਗਈ ਜੰਗ ਦਾ ਕੀ ਮਹੱਤਵ ਸੀ ਜੀ। ਬਹੁਤ ਵੱਡਾ ਮਹੱਤਵ ਹੈ, ਪਰ ਉਸ ਮਹੱਤਵ ਨੂੰ ਸਮਝਣ ਦੇ ਲਈ ਸਭ ਤੋਂ ਪਹਿਲਾਂ ਸਮਝਣਾ ਪਊਗਾ ਕਿ ਸਤਿਗੁਰੂ ਲੜਕਾ ਵੀ ਨਹੀਂ ਰਿਹਾ ਸੀ ਜੀ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਿਸੇ ਰਾਜ ਲੈਣ ਨੂੰ ਤਾਂ ਲੜ ਨਹੀਂ ਸੀ ਰਹੇ। ਹਾਂਜੀ, ਬੇਸ਼ੱਕ ਖਾਲਸਾ ਰਾਜ ਬਾਅਦ ਚ ਆਇਆ ਜੀ ਜੀ। ਸਤਿਗੁਰੂ ਜੀ ਕੋਈ ਪਦਾਰਥਕ ਸੁੱਖ ਲੈਣ ਲਈ ਤਾਂ ਲੜ ਨਹੀਂ ਸੀ ਰਿਹਾ ਸੀ। ਆਪਾਂ ਵਾਰ-ਵਾਰ ਕਹਿੰਦੇ ਆ ਕਿ ਗੁਰੂ ਸਾਹਿਬ ਦੀ ਕੋਈ ਵੀ ਜੰਗ ਜ਼ਰ ਜ਼ੋਰੂ ਤੇ ਜ਼ਮੀਨ ਲਈ ਨਹੀਂ ਸੀ। ਆਮ ਤੌਰ ਤੇ ਦੁਨੀਆ 'ਚ ਕਾਹਲੀ ਜੰਗਾਂ ਲੜੀਆਂ ਜਾਂਦੀਆਂ, ਧਨ ਦੌਲਤ ਦੀ ਪ੍ਰਾਪਤੀ ਲਈ, ਸ਼ੋਹਰਤ ਦੀ ਪ੍ਰਾਪਤੀ ਦੇ ਲਈ, ਜ਼ਰ ਜ਼ੋਰੂ ਜ਼ਮੀਨਾਂ ਦੀ ਪ੍ਰਾਪਤੀ ਦੇ ਲਈ। ਸਤਿਗੁਰੂ ਜੀ ਕਿਸੇ ਦੌਲਤ ਦੀ, ਕਿਸੇ ਔਰਤ ਦੀ, ਕਿਸੇ ਸ਼ੋਹਰਤ ਦੀ, ਕਿਸੇ ਜ਼ਮੀਨ ਦੀ ਪ੍ਰਾਪਤੀ ਲਈ ਜੰਗ ਨਹੀਂ ਸਨ ਲੜ ਰਹੇ। ਸਤਿਗੁਰੂ ਜੰਗਾਂ ਲਈ ਲੜ ਰਹੇ ਸੀ, ਫਿਰ ਦੱਬੇ ਕੁਚਲੇ ਲੋਕਾਂ ਨੂੰ ਉਹਨਾਂ ਦਾ ਹੱਕ ਦਿਵਾਉਣ ਦੇ ਲਈ, ਜਿਨ੍ਹਾਂ ਦੀਆਂ ਇੱਜ਼ਤਾਂ ਰੋਲ ਦਿੱਤੀਆਂ ਗਈਆਂ ਸੀ ਉਹਨਾਂ ਨੂੰ ਪੱਤ ਦਿਵਾਉਣ ਦੇ ਲਈ ਤਾਂ ਪਾਤਸ਼ਾਹ ਸੀਗੇ। ਆਪਾਂ ਪਹਿਲਾਂ ਕਹਿ ਕੇ ਗੱਲ ਹਟੇ ਆ, ਉਹ ਪੱਤ ਨਾਲ ਜੀ ਸਕਣ, ਉਹਨਾਂ ਦੀ ਇੱਜ਼ਤ ਨਾਲ ਜੀ ਸਕਣ, ਉਹ ਬਰਾਬਰ ਦੇ ਸ਼ਹਿਰੀ ਬਣ ਕੇ ਜੀ ਸਕਣ। ਉਹਨਾਂ ਜਿਨ੍ਹਾਂ ਨੂੰ ਸ਼ੂਦਰ ਆ ਕੇ, ਨੀਚ ਆ ਕੇ, ਜਿਨ੍ਹਾਂ ਕੋਲ ਛੂਤ ਲੱਗਦੀ ਸੀ ਦੁਨੀਆ ਦੀ, ਉਹਨਾਂ ਦੇ ਹੱਕ ਕਾਇਮ ਕਰਨ ਦੇ ਲਈ ਸਤਿਗੁਰੂ ਜੰਗ ਲੜ ਰਹੇ ਸੀ। ਜਿਹੜੇ ਦੱਬੇ ਹੋਏ ਲੋਕ ਸੀ, ਜਿਹੜੇ ਕੁਚਲੇ ਹੋਏ ਲੋਕ ਸੀ, ਜਿਨ੍ਹਾਂ ਨੂੰ ਰੀਂਗਣ ਲਾਤਾ ਸੀ ਧਰਤੀ ਦੇ ਉੱਤੇ, ਉਹ ਦੁਬਾਰਾ ਉਹਨਾਂ ਦੇ ਸਿਰਾਂ ਦੇ ਉੱਤੇ ਤਾਜ ਰੱਖਣ ਦੇ ਲਈ ਸਤਿਗੁਰੂ ਜੰਗ ਲੜ ਰਿਹਾ ਸੀ। ਔਰ ਸਤਿਗੁਰੂ ਨੇ ਐਲਾਨ ਵੀ ਕੀਤਾ ਹੋਇਆ ਕਿ ਜਾਂ ਕੀ ਜਾਤ ਗੋਤ ਕੁਲ ਮਾਹੀ, ਸਿਰਦਾਰੀ ਨਾ ਭਈ ਕਦਾਹੀ, ਤਾਹੀ ਕੋ ਸਰਦਾਰ ਬਣਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ। ਸਤਿਗੁਰੂ ਦੀ ਇਹ ਜੰਗ ਸੀ ਜੀ, ਧਰਮ ਦੀ ਰੱਖਿਆ। ਸਤਿਗੁਰੂ ਨੇ ਆਪਣੀ ਜ਼ਿੰਦਗੀ ਦਾ ਮਕਸਦ ਹੀ ਆਪਣੇ ਮਖਾਰਬਿੰਦ ਤੋਂ ਆਪਣੀ ਕਲਮ ਦੇ ਨਾਲ ਲਿਖ ਕੇ ਕਿਹਾ ਆ ਕਿ ਮੈਂ ਜਿਹੜੇ ਸੰਤ ਆ ਨਾ ਉਹਨਾਂ ਨੂੰ ਉਭਾਰਨ ਦੇ ਲਈ, ਤੇ ਜਿਹੜੇ ਦੁਸ਼ਟ ਆ, ਜਿਹੜੇ ਜ਼ਾਲਮ ਆ, ਉਹਨਾਂ ਨੂੰ ਉਭਾਰਨ ਦੇ ਲਈ, ਉਹਨਾਂ ਦੀ ਜੜ ਪੱਟਣ ਦੇ ਲਈ ਮੈਂ ਜੰਗ ਕਰਨੀ ਇਸ ਸੰਸਾਰ ਦੇ ਆਏ ਇਸ ਕੰਮ ਲਈ ਆ। ਦੁਸ਼ਟ ਸਭਨ ਕੋ ਮੂਲ ਅਪਾਰ,
ਉਹਨਾਂ ਦੀਆਂ ਜੜ੍ਹਾਂ ਪੱਟਣ ਦੇ ਲਈ, ਜਿਹੜਾ ਦੁਸ਼ਟ ਹੈ ਉਹਦੀ ਜੜ੍ਹਾਂ ਪੱਟਣ ਲਈ ਸੰਸਾਰ ਦੇ ਉੱਤੇ ਆਇਆ ਆ। ਪਰ ਸੰਤਾਂ ਨੂੰ, ਭਗਤਾਂ ਨੂੰ, ਰੱਬੀ ਨਾਮ ਲੈਣ ਵਾਲਿਆਂ ਨੂੰ ਉਭਾਰਨ ਦੇ ਲਈ, ਉਹਨਾਂ ਦਾ ਨਾਮ ਇਸ ਦੁਨੀਆ 'ਚ ਉੱਚਾ ਕਰਨ ਦੇ ਲਈ ਮੈਂ ਆਇਆ। ਸੋ ਸਤਿਗੁਰੂ ਦਾ ਇਹ ਗੱਲ ਜਿਹੜੀ ਸੀਗੀ ਬਿਲਕੁਲ ਸਪਸ਼ਟ। ਜੰਗ ਕਿਸ ਲਈ ਲੜੀ ਜਾਂਦੀ ਸੀ। ਹੁਣ ਕਿਲ੍ਹਿਆਂ ਦੇ ਅੰਦਰ ਲੜਨਾ ਕੁਝ ਹੋਰ ਗੱਲ। ਜੀ ਜਦੋਂ ਕਿਲ੍ਹੇ ਛੱਡ ਦਿੱਤੇ ਗਏ ਆ, ਆਲੇ ਦੁਆਲੇ ਤੁਹਾਡੇ ਲੱਖਾਂ ਫੌਜਾਂ ਦਾ ਘੇਰਾ ਆ, ਹਾਂਜੀ ਤੇ ਉਹ ਲੋਕ ਆ ਘੇਰੇ ਦੇ ਅੰਦਰ ਹੁਣ ਜੀ ਜਿਹੜੇ ਦੱਬੇ ਕੁਚਲੇ ਗਏ ਲੋਕ ਸੀ। ਜੀ ਜੀ ਬਾਬਾ ਜੀਵਨ ਸਿੰਘ ਰਗਰੇਟਾ ਵਰਗੇ ਆ, ਵਾਲਮੀਕ ਭਾਈਚਾਰੇ ਚੋਂ, ਭਾਈ ਧੰਨਾ ਸਿੰਘ ਵਰਗੇ ਆ, ਰਵਿਦਾਸ ਭਾਈਚਾਰੇ ਚੋਂ ਭਾਈ ਦਿਆਲ ਸਿੰਘ ਕੇਰ ਸਿੰਘ ਵਰਗੇ, ਭਾਈ ਹਿੰਮਤ ਸਿੰਘ ਵਰਗੇ ਆ, ਭਾਈ ਕਸ਼ਮ ਰਾਜਪੂਤ ਬਰਾਦਰੀ ਦੇ ਵਿੱਚੋਂ ਕਹਿ ਲੈਣੇ ਚਾਹੀਦੇ ਆ। ਉਹਨਾਂ 'ਚ ਭਾਈ ਸਾਹਿਬ ਸਿੰਘ ਆ ਨਾਈ ਬਰਾਦਰੀ ਦੇ ਵਿੱਚੋਂ, ਜਿਨ੍ਹਾਂ ਨੂੰ ਸ਼ੂਦਰ ਕਹਿ ਕੇ, ਉਹਨਾਂ 'ਚ ਭਾਈ ਮੋਹਕਮ ਸਿੰਘ ਆ ਸ਼ਿੰਬਾ ਬਰਾਦਰੀ ਦੇ ਵਿੱਚੋਂ। ਯਾਨੀ ਸਾਰੇ ਉਹ ਲੋਕ ਜਿਹੜੇ ਆ ਜਿਨ੍ਹਾਂ ਨੂੰ ਜਾਟੜੂ ਆਖ ਕੇ ਇਹ ਮਜ਼ਾਰੇ ਬਣਾ ਕੇ ਰੱਖ ਦਿੱਤਾ ਗਈ। ਜ਼ਮੀਨ ਦੇ ਮਾਲਕ ਤਾਂ ਉਹਨਾਂ ਦੇ ਠਾਕਰ ਹੁੰਦੇ ਸੀ ਜਾਂ ਬਾਦਸ਼ਾਹ ਹੋਇਆ ਕਰਦਾ ਸੀ। ਪਰ ਜਿਨ੍ਹਾਂ ਨੂੰ ਜਾਟੜੂ ਆਖ ਕੇ, ਜਿਨ੍ਹਾਂ ਤੋਂ ਮਜ਼ਾਰੇ ਬਣਾ ਕੇ, ਜਿਨ੍ਹਾਂ ਤੋਂ ਕੰਮ ਲਿਆ ਜਾਂਦਾ ਸੀ, ਉਹ ਲੋਕ ਸਨ ਘੇਰੇ 'ਚ। ਗੱਲ ਵੱਖਰੀ ਕਿ ਸੱਚੀ ਸੁੱਚੀ ਬਿਰਤੀ ਵਾਲੇ ਪੰਡਿਤ ਵੀ ਘੇਰੇ ਵਿੱਚ ਸਨ। ਪੰਡਿਤ ਕਿਰਪਾ ਰਾਮ ਦੱਤ ਵੀ ਅੰਮ੍ਰਿਤ ਛਕ ਕੇ ਪੰਡਿਤ ਕਿਰਪਾ ਸਿੰਘ ਬਣ ਚੁੱਕਾ, ਉਹ ਵੀ ਸੀ। ਸਰਮੁਖ ਸਿੰਘ ਦੱਤ ਵੀ ਸੀ। ਪੰਡਿਤ ਚੰਦਰ ਰਾਓ ਵੀ ਜਿਹੜਾ ਚਮਕੌਰ ਦੀ ਗੜੀ ਸ਼ਹੀਦ ਹੋਇਆ, ਉਹ ਵੀ ਸੀ। ਪਰ ਸਤਿਗੁਰੂ ਨੇ ਚਾਰੇ ਵਰਨ ਇਕੱਠੇ ਕਰ ਦਿੱਤੇ ਉੱਥੇ ਸਰਸਾ ਨਦੀ ਦੇ ਕੰਢੇ ਉੱਤੇ। ਇੱਕ ਤਾਂ ਚਾਰੇ ਵਰਨ ਇਕੱਠੇ ਹੋ ਕੇ ਲੜ ਰਿਹਾ ਸੀ ਹਾਂਜੀ ਸਰਸਾ ਨਦੀ ਦੇ ਕੰਢੇ ਉੱਤੇ, ਤੇ ਲੜ ਉਦੋਂ ਰਿਹਾ ਸੀ ਜਦੋਂ ਕਿਲੇ ਦੇ ਅੰਦਰ ਨਹੀਂ ਹਾਂਜੀ ਬਾਹਰ ਹੈ, ਖੁੱਲੇ ਮੈਦਾਨ ਦੇ ਵਿੱਚ ਆ, ਲੱਖਾਂ ਫੌਜਾਂ ਆਲੇ ਦੁਆਲੇ ਆ। ਔਰ ਉਹ ਲੋਕ ਕਿਲਿਆਂ ਦੇ ਅੰਦਰ ਤਾਂ ਉਹਨਾਂ ਦਾ ਮਨੋਬਲ ਕਾਇਮ ਰਹਿ ਸਕਦਾ ਸੀ। ਉਹਨਾਂ ਕੋਲ ਗੁਰੂ ਬੈਠਾ ਹੈ, ਉਹਨਾਂ ਕੋਲ ਹਥਿਆਰ ਬੈਠੇ ਨੇ, ਉਹਨਾਂ ਕੋਲ ਕਿਲਿਆਂ ਦੀ ਓਟ ਹੈ, ਉਹਨਾਂ ਕੋਲ ਤੋਪਾਂ ਨੇ। ਪਰ ਅਸੀਂ ਸਰਸਾ ਨਦੀ ਦੇ ਕੰਢੇ ਤੇ ਨਾ ਤੋਪਾਂ ਨੇ, ਜੀ ਘੇਰੇ ਹੋਏ ਨੇ ਚਾਰੇ ਬੰਨੋਂ, ਲੱਖਾਂ ਫੌਜਾਂ ਹਮਲਾਵਰ ਹੋ ਰਹੀਆਂ ਤੇ ਗਿਣਤੀ ਦੇ ਹੋਣੇ, ਪਰ ਫਿਰ ਵੀ ਲੜ ਰਹੇ ਨੇ ਲੱਖਾਂ ਫੌਜਾਂ ਨਾਲ। ਆ ਮਹੱਤਵ ਆ। ਸਤਿਗੁਰੂ ਨੇ ਦੱਬੇ ਕੁਚਲੇ ਲੋਕਾਂ ਦੇ ਵਿੱਚ ਦਿਲ ਗੁਰਦੇ ਇੰਨੇ ਕਾਇਮ ਕਰ ਦਿੱਤੇ ਸੀ, ਉਹਨਾਂ ਦੇ ਵਿੱਚ ਬਹਾਦਰੀ ਇੰਨੀ ਭਰ ਦਿੱਤੀ ਸੀ, ਸੂਰਮਗਤੀ ਇੰਨੀ ਭਰ ਦਿੱਤੀ ਸੀ ਕਿ ਲੱਖਾਂ ਦੇ ਲਸ਼ਕਰ ਮੋਏ ਵੀ, ਭੁੱਖੇ ਪਿਆਸੇ ਵੀ ਖੜੇ ਹੋ ਸਕਦੇ ਸੀ। ਇਹ ਸਰਸਾ ਨਦੀ ਦਾ ਮਹੱਤਵ ਸੀ। ਜੀ ਜੀ ਇਸ ਜੰਗ ਦਾ ਮਹੱਤਵ ਸੀਗਾ। ਗਿਣਤੀ ਬਰਾਬਰ ਨਹੀਂ, ਸ਼ਸਤਰ ਬਰਾਬਰ ਨਹੀਂ, ਕਿਲੇ ਨਹੀਂ, ਕੋਈ ਵੋਟ ਨਹੀਂ, ਪਿੱਛੇ ਕੁਮਕ ਕੋਈ ਨਹੀਂ, ਫਿਰ ਵੀ ਲੜ ਰਿਹਾ। ਤੇ ਉੱਥੇ ਲੜਨ ਦਾ ਮਤਲਬ ਇੱਥੇ ਸ਼ਹੀਦੀ ਪਾਉਣੀ ਪੈਣੀ ਆ। ਤੇ ਕਿਹਨੂੰ ਬਚਾਉਣ ਲਈ ਲੜ ਰਿਹਾ ਕਿ ਸਾਡੇ ਨਾਲ ਦਾ ਜਿਹੜਾ ਵਹੀਰ ਆ ਉਹ ਸਰਸਾ ਪਾਰ ਕਰ ਜਾਏ। ਜੀ ਇਸੇ ਲਈ ਲੜ ਰਿਹਾ। ਹਾਂਜੀ ਹਾਂਜੀ ਵੀ ਡੱਕਦੀ ਹੈ ਫੌਜ ਨੂੰ ਇੱਥੇ, ਤੇ ਜਿਹੜਾ ਸਾਡੇ ਨਾਲ ਦਾ ਵਹੀਰ ਆ ਉਹ ਜਿਹੜਾ ਸਾਰੇ ਦਾ ਸਾਰਾ ਆ, ਜਿਹੜੇ ਬੱਚੇ ਆ, ਜਿਹੜੇ ਬਜ਼ੁਰਗ ਆ, ਉਹ ਜਿਹੜੇ ਸਾਰੇ ਦੇ ਸਾਰੇ ਸਰਸਾ ਪਹਿਲਾਂ ਪਾਰ ਕਰ ਲੈਣ ਤੇ ਅਸੀਂ ਇੱਥੇ ਲੜਨਾ ਹੈ। ਤੇ ਲੜਨ ਦਾ ਮਤਲਬ ਹੈ ਸ਼ਹੀਦ ਹੋ ਜਾਣਾ। ਪਰ ਜਾਨ ਦੀ ਪਰਵਾਹ ਨਹੀਂ, ਕੋਈ ਜਾਨ ਦੀ ਪਰਵਾਹ ਨਹੀਂ, ਕੋਈ ਜ਼ਿੰਦਗੀ ਦੀ ਪਰਵਾਹ ਨਹੀਂ। ਲੜ ਰਿਹਾ ਹੱਕ ਲਈ, ਸੱਚ ਲਈ, ਕੋਈ ਕਿਲਾ ਨਹੀਂ ਕਾਇਮ ਕਰਨਾ। ਤੇ ਮੁਗਲ ਫੌਜਾਂ ਨੂੰ ਵੰਗਾਰ ਕੇ ਲੜ ਰਿਹਾ, ਪਹਾੜੀ ਰਾਜਾ ਨੂੰ ਵੰਗਾਰ ਕੇ ਲੜ ਰਿਹਾ, ਨਾਮਣੇ ਵਾਲੇ ਵੱਡੇ ਵੱਡੇ ਜਰਨੈਲਾਂ ਦੇ ਖਿਲਾਫ ਲੜ ਰਿਹਾ। ਤੇ ਮਨ ਦੇ ਵਿੱਚ ਡਰ ਕੋਈ ਨਹੀਂ, ਭੌ ਕੋਈ ਨਹੀਂ। ਜਿਹੜਾ ਵਾਅਦਾ ਸਤਿਗੁਰੂ ਨੇ ਕਿਲੇ ਦੇ ਅੰਦਰ ਕੀਤਾ ਸੀ, ਸਤਿਗੁਰੂ ਜੀ ਲੜਾਂਗੇ, ਪੱਧਰੇ ਵੀ ਲੜਾਂਗੇ, ਮੈਦਾਨ ਦੇ ਵਿੱਚ ਵੀ ਲੜਾਂਗੇ, ਮੈਦਾਨ ਦੇ ਵਿੱਚ ਵੀ ਉਹਨਾਂ ਨੂੰ ਹੱਥ ਦਿਖਾਵਾਂਗੇ, ਤੂੰ ਦਿਖਾ ਰਿਹਾ। ਤੇ ਔਰ ਸਤਿਗੁਰੂ ਦੀ ਇੱਥੇ ਮਹੱਤਵ ਇੱਕ ਹੋਰ ਪਤਾ ਕੀ ਆ? ਹਾਂਜੀ ਇੱਥੇ ਇਕੱਲੇ ਮਰਦੀ ਨਹੀਂ ਲੜ ਰਿਹਾ, ਜੀ ਜਵਾਨ ਹੀ ਨਹੀਂ ਲੜ ਰਿਹਾ, ਜੀ ਛੋਟੀ ਉਮਰ ਦੇ ਬੱਚੇ ਵੀ ਲੜ ਰਹੇ। ਹਾਂਜੀ ਜੇ ਉਮਰ ਦੀ ਛੋਟੀ ਦੀ ਗੱਲ ਕਰੀ, ਸਾਹਿਬਜ਼ਾਦਾ ਅਜੀਤ ਸਿੰਘ ਵੀ ਛੋਟੀ ਉਮਰ ਦੇ ਸੀ। ਹਾਂਜੀ ਟੀਨੇਜ ਹੀ ਆ। ਜੀ ਸਾਹਿਬਜ਼ਾਦਾ ਜੁਝਾਰ ਸਿੰਘ ਵੀ ਲੜ ਰਿਹਾ, ਭਾਈ ਆਲਮ ਸਿੰਘ ਨੱਚਦਾ ਦੇ ਬੱਚੇ ਉਹ ਵੀ ਇਹਨਾਂ ਨੂੰ ਸਾਲ ਛੋਟੇ ਆ, ਉਹ ਵੀ ਲੜ ਰਹੇ ਆ। ਔਰ ਇਕੱਲੇ ਬੱਚੇ ਨਹੀਂ ਲੜ ਰਿਹਾ, ਬਜ਼ੁਰਗ ਵੀ ਲੜ ਰਿਹਾ, ਪੰਡਿਤ ਕਿਰਪਾ ਰਾਮ ਦੱਤ ਲੜ ਰਿਹਾ, ਬਾਬਾ ਜੀਵਨ ਸਿੰਘ ਲੜ ਰਿਹਾ। ਔਰ ਔਰਤਾਂ ਵੀ, ਬੀਬੀ ਭਿੱਖਾ ਉੱਥੇ ਆ, ਔਰਤਾਂ ਦੀ ਨੁਮਾਇੰਦਗੀ ਕਰਦੀ ਬੀਬੀ ਭਿੱਖਾ ਵੀ ਬਲਾਡੇ ਜੰਗ ਦੇ ਵਿੱਚ, ਬੀਬੀ ਭਿੱਖਾ ਸਿੰਘ ਭਾਈ ਬੱਜਰ ਸਿੰਘ ਦੀ ਬੇਟੀ ਆਲਮ ਸਿੰਘ ਨੱਚਦਾ ਦੀ ਪਤਨੀ ਆ, ਉਹ ਵੀ ਜੰਗ ਲੜ ਰਹੀ। ਉਸ ਜੰਗ ਦਾ ਇਹ ਮਹੱਤਵ ਆ। ਜੀ ਜੀ ਔਰ ਇਹ ਮਹੱਤਵ ਜਿਹੜਾ ਨਾ, ਹਾਂਜੀ, ਇਹ ਸਮਝਣ ਦੀ ਲੋੜ ਆ ਕਿ ਸਤਿਗੁਰੂ ਨੇ ਕਿੱਥੇ ਤੱਕ ਸਿੰਘ ਖੜੇ ਕਰ ਦਿੱਤੇ ਸੀ, ਜੀ ਕਿਸ ਪੱਧਰ ਤੱਕ ਸਤਿਗੁਰੂ ਨੇ ਸਿੱਖਾਂ ਨੂੰ ਖੜੇ ਕਰ ਦਿੱਤਾ ਸੀ। ਬਈ ਤੁਸੀਂ ਈਨ ਨਹੀਂ ਮੰਨਣੀ, ਕਿਸੇ ਵੀ ਹਾਲਾਤ ਦੇ ਵਿੱਚ ਈਨ ਨਹੀਂ ਮੰਨਣੀ ਹੈਗੀ। ਸਤਿਗੁਰੂ ਨੇ ਇਸ ਪੱਧਰ ਤੱਕ ਸਿੱਖਾਂ ਨੂੰ ਖੜੇ ਕਰ ਦਿੱਤਾ ਸੀ। ਇਹ ਸਰਸਾ ਦੀ ਨਦੀ ਦਾ ਮਹੱਤਵ ਆ। ਔਰ ਭੁੱਖੇ ਭਾਣੇ ਗੁਰਸਿੱਖਾਂ ਦਾ, ਜੀ ਕਿਲਿਆਂ ਤੋਂ ਬਾਹਰ ਸਿੱਖਾਂ ਦਾ, ਜੀ ਜੀ ਚਾਰੇ ਬੰਨੇ ਘਿਰੇ ਹੋਏ ਸਿੱਖਾਂ ਦਾ, ਜੀ ਮੁਗਲ ਫੌਜ ਨਾਲ, ਉਸ ਫੌਜ ਨਾਲ ਲੜ ਜਾਣਾ ਜਿਹਦੀ ਦਹਿਸ਼ਤ ਪੂਰੇ ਹਿੰਦੁਸਤਾਨ 'ਚ ਪਈ ਹੋਈ ਆ। ਜੀ ਜੀ ਕਿਤੇ ਛੋਟੀ ਜੀ ਗੱਲ ਨਹੀਂ, ਇਦੋਂ ਵੱਡੀ ਕਰਾਮਾਤ ਹੋ ਸਕਦੀ ਹੈ ਨਾ। ਸਤਿਗੁਰੂ ਨੇ ਕਰਾਮਾਤ ਉੱਥੇ ਕਰਕੇ ਦਿਖਾਤੀ। ਔਰ ਪਰਿਵਾਰਾਂ ਦੇ ਪਰਿਵਾਰ ਲੜ ਰਹੇ, ਜੀ ਏਦਾਂ ਨਹੀਂ ਕਿ ਕੱਲਾ ਲੜ ਰਿਹਾ। ਜੇ ਫਰਜ਼ ਕਰੋ ਆਲਮ ਸਿੰਘ ਨੱਚਣਾ ਲੜ ਰਿਹਾ ਨਾ, ਹਾਂਜੀ, ਉਹਦੇ ਨਾਲ ਉਹਦੀ ਪਤਨੀ ਆ, ਜੀ ਉਹਦੇ ਬੱਚੇ ਆ, ਉਹਦਾ ਭਰਾ ਆ,
ਉਹਦਾ ਸਹੁਰਾ ਆ, ਜੀ। ਉਹ ਜਿਹੜੇ ਗਿੱਤੀ ਦੇ ਪਰਿਵਾਰ ਹੈ। ਜੇ ਘੇਰੇ ਦੇ ਵਿੱਚ ਭਾਈ ਮਣੀ ਸਿੰਘ ਜੀ ਲੜ ਰਿਹਾ, ਭਾਈ ਮਣੀ ਸਿੰਘ ਦੇ ਪੁੱਤਰ ਲੜ ਰਿਹਾ, ਜੀ। ਤੇ ਉਹਨਾਂ ਦੇ ਜਿਹੜੇ ਵਜ਼ੀਰ ਪਾਰ ਕਰਨ ਵਾਲੇ ਉਹਨਾਂ 'ਚ ਭਾਈ ਮਣੀ ਸਿੰਘ ਵੀ ਆ, ਹਾਂਜੀ ਔਰ ਭਾਈ ਵਿਚਿੱਤਰ ਸਿੰਘ ਲੜ ਰਿਹਾ, ਉਹਦਾ ਪੁੱਤਰ ਭਾਈ ਉਦੈ ਸਿੰਘ ਵੀ ਲੜ ਰਿਹਾ, ਉਹਦਾ ਪੁੱਤਰ ਭਾਈ ਪੰਜ ਭਰਾ ਸੀ ਜਿਹੜੇ ਸਤਿਗੁਰੂ ਤੋਂ ਨਿਸ਼ਾਵਰ ਹੋਣ ਲਈ ਗੁਰੂ ਗੋਬਿੰਦ ਸਿੰਘ ਨੇ ਦਿੱਤੇ। ਜੀ। ਭਾਈ ਬਚਿੱਤਰ ਸਿੰਘ ਜੀ, ਭਾਈ ਉਦੈ ਸਿੰਘ ਜੀ, ਔਰ ਭਾਈ ਅਜਬ ਸਿੰਘ ਜੀ, ਭਾਈ ਅਜਾਇਬ ਸਿੰਘ ਜੀ, ਜੀ ਇਹ ਸਾਰੇ ਦੇ ਸਾਰੇ ਲੜ ਲੜ ਰਹੇ ਰਹੇ ਆ। ਆ। ਹਾਂਜੀ ਇਹ ਸਾਰੇ ਭਰਾ ਲੜ ਰਹੇ ਆ। ਭਾਈ ਮਨੀ ਸਿੰਘ ਦੇ ਭਰਾ ਜਿਹੜੇ ਆ, ਇਹ ਜਿਹੜਾ ਸਤਿਗੁਰੂ ਦਾ ਗੜਵਈਆ ਭਾਈ ਮਾਨ ਸਿੰਘ ਉਹ ਲੜ ਰਿਹਾ, ਭਾਈ ਭਗਵਾਨ ਸਿੰਘ ਉਹ ਲੜ ਰਿਹਾ ਆ। ਇਹ ਸਾਰੇ ਦੇ ਸਾਰੇ ਉਸ ਜੰਗ ਦੇ ਵਿੱਚ ਲੜ ਰਿਹਾ, ਪਰਿਵਾਰਾਂ ਦੇ ਪਰਿਵਾਰ ਲੜ ਰਿਹਾ। ਭਾਈ ਦਿਆਲ ਸਿੰਘ ਤੇ ਭਾਈ ਕੇਰ ਸਿੰਘ ਦੋਨੇ ਸਖੇ ਭਰਾ ਆ, ਉਹ ਲੜ ਰਿਹਾ। ਉਹਨਾਂ ਦੀ ਭੂਆ ਦਾ ਪੁੱਤ ਆ, ਪੰਜਾਂ ਪੈਰਾਂ ਜਿਹੜਾ ਭਾਈ ਹਿੰਮਤ ਸਿੰਘ ਆ, ਭੂਆ ਮਾਮੇ ਦੇ ਪੁੱਤ ਆ, ਇਹ ਇਕੱਠੇ ਹੋ ਕੇ ਲੜ ਰਿਹਾ। ਸੋ ਪਰਿਵਾਰਾਂ ਦੇ ਪਰਿਵਾਰ ਜਿਹੜੇ ਆ ਉਹ ਇਕੱਠੇ ਹੋ ਕੇ ਜਿਹੜੇ ਗੁਰੂ ਤੋਂ ਨਿਸ਼ਾਵਰ ਹੋਣਾ ਚਾਹੁੰਦੇ ਆ, ਪੂਰੇ ਪਰਿਵਾਰਾਂ ਦੇ ਪਰਿਵਾਰ ਲੜ ਰਿਹਾ। ਕੋਈ ਪਰਵਾਹ ਨਹੀਂ ਉਹਨਾਂ ਚੋਂ ਕੁਛ, ਉਹਨਾਂ ਪਰਿਵਾਰਾਂ ਦੇ ਕੁਛ ਜੀ ਅਨੰਦਪੁਰ ਦੀਆਂ ਜੰਗਾਂ ਸ਼ਹੀਦ ਹੋ ਚੁੱਕੇ ਆ, ਉਹ ਫਿਰ ਵੀ ਲੜ ਰਿਹਾ ਕਿ ਅਸੀਂ ਗੁਰੂ ਤੋਂ ਨਿਸ਼ਾਵਰ ਹੋਣਾ ਆ। ਇਹ ਆ ਗੱਲ। ਔਰ ਇੱਕ ਗੱਲ ਮੈਂ ਇੱਥੇ ਗੱਲ ਸਾਂਝੀ ਕਰਦੇ ਆ ਕਿ ਪਰਿਵਾਰਾਂ ਦੇ ਪਰਿਵਾਰ ਜਦੋਂ ਲੜਨ ਦੀ ਗੱਲ ਕਰਦਾ ਨਾ, ਪੀੜ੍ਹੀ ਦਰ ਪੀੜ੍ਹੀ ਜਦੋਂ ਮੈਂ ਲੜਨ ਦੀ ਗੱਲ ਕਰਦਾ, ਉਹੀ ਕੌਮਾਂ ਰਾਜ ਕਰ ਸਕਦੀਆਂ ਹੁੰਦੀਆਂ, ਉਹੀ ਕੌਮਾਂ ਵੱਡੀਆਂ ਹਕੂਮਤਾਂ ਦੇ ਖਿਲਾਫ ਜੰਗ ਜਿੱਤ ਸਕਦੀਆਂ ਹੁੰਦੀਆਂ ਜਿਨ੍ਹਾਂ ਦੇ ਪਰਿਵਾਰਾਂ ਦੇ ਪਰਿਵਾਰ ਲੜਨ ਤੇ ਪੀੜ੍ਹੀ ਦਰ ਪੀੜ੍ਹੀ ਚੜਨ। ਹਾਂਜੀ ਅਸੀਂ ਜਦੋਂ ਖਾਲਸਾ ਰਾਜ ਕਿਵੇਂ ਬਣਨ ਦੀ ਗੱਲ ਕਰਦੇ ਆ ਨਾ, ਅਸੀਂ ਦੇਖਦੇ ਆ ਮੁਗਲ ਹਕੂਮਤ ਦੇ ਖਿਲਾਫ ਜੀ ਸਾਡੇ ਪਰਿਵਾਰਾਂ ਦੇ ਪਰਿਵਾਰ ਪੀੜ੍ਹੀ ਦਰ ਪੀੜ੍ਹੀ ਚੱਲੇ। ਹਾਂਜੀ ਭਾਈ ਮਨੀ ਸਿੰਘ ਦੇ ਪਰਿਵਾਰ ਦੀ ਗੱਲ ਕਰੀਏ ਜਿਨ੍ਹਾਂ ਸਾਨੂੰ ਇਤਿਹਾਸ ਮਿਲਦਾ, ਜੀ ਦਾਦੇ ਪੜਦਾਦੇ ਸ਼ਹੀਦ, ਪੋਤੇ ਪੜਪੋਤੇ ਸ਼ਹੀਦ। ਜੀ ਜੀ ਇਦਾਂ ਹੀ ਜੇ ਆਪਾਂ ਗੱਲ ਕਰੀਏ ਬਾਬਾ ਜੀਵਨ ਸਿੰਘ ਰਿਗਰੇਟੇ ਦੀ, ਉਹਦੇ ਵੱਡੇ ਵਡੇਰੇ ਜਿਹੜੇ ਸੀਗੇ ਉਹ ਗੁਰੂ ਨਾਨਕ ਦੇ ਵੇਲੇ ਤੋਂ ਲੈ ਕੇ ਜੁੜੇ, ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਤੋਂ ਲੈ ਕੇ ਕੁਰਬਾਨੀਆਂ ਕਰਨੀਆਂ ਸ਼ੁਰੂ ਕੀਤੀਆਂ, ਤੇ ਗਾਂ ਬਾਬਾ ਜੀਵਨ ਸਿੰਘ ਦੇ ਗਾਂ ਪੋਤੇ ਪੜਪੋਤੇ ਗੁਰੂ ਸਾਹਿਬ ਦੇ ਜੰਗਾਂ ਦੇ ਉੱਤੋਂ ਕੁਰਬਾਨ ਹੁੰਦੇ ਰਹੇ। ਇਹ ਸਾਰੀ ਗੱਲ। ਜੇ ਭਾਈ ਆਲਮ ਸਿੰਘ ਨੱਚਣਾ ਦੀ ਗੱਲ ਕਰੀਏ, ਉਹਦੇ ਦਾਦਾ ਕਿਸ਼ਨਾ ਚੌਹਾਨ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਸ਼ਹੀਦ, ਗਾਂ ਦੇ ਪਰਿਵਾਰ ਦੇ ਵਿੱਚ ਚਾਚੇ ਤਾਇਆਂ ਦੀ ਸ਼ਹੀਦ, ਗਾਂ ਭਾਈ ਆਲਮ ਸਿੰਘ ਨੱਚਣਾ ਦੇ ਪੁੱਤਰ ਸ਼ਹੀਦ, ਉਹਦੇ ਜਿੱਥੇ ਉਹਦਾ ਵਿਆਹ ਹੋਇਆ ਉਹਦਾ ਸਹੁਰਾ ਸਾਹਿਬ ਸ਼ਹੀਦ। ਇਹ ਸਾਰੇ ਬੱਜਰ ਸਿੰਘ ਦਾ ਪਰਿਵਾਰ, ਬੱਜਰ ਸਿੰਘ ਜਿਹੜਾ ਉਹਦਾ ਸਹੁਰਾ ਸੀਗਾ, ਉਹਦੇ ਦਾਦੇ ਸ਼ਹੀਦ। ਸੁਖੀਆ ਮਾਂਡਣ ਜਿਹੜਾ ਸੀ ਸੁਖੀਆ, ਉਹ ਜ਼ਖਮੀ ਹੋਇਆ ਸੀ ਹਰਗੋਬਿੰਦਪੁਰ ਦੀ ਜੰਗ 'ਚ, ਮਾਂਡਣ ਸ਼ਹੀਦ ਹੋਇਆ ਸੀ ਉਹਦਾ ਪੁੱਤਰ ਗਾਂ, ਤੇ ਗਾਂ ਬੱਜਰ ਸਿੰਘ ਸ਼ਹੀਦ, ਗਾਂ ਬੱਜਰ ਸਿੰਘ ਦੇ ਪੋਤੇ ਤੱਕ ਦੋਤੇ ਤੱਕ ਜਿਹੜੇ ਸ਼ਹੀਦ ਹੋਏ। ਇਹ ਭਾਈ ਰਾਮਾ ਜੀ ਜ਼ਖਮੀ ਹੋਏ ਸੀ। ਇਹ ਸਾਰੇ ਜਿਹੜੇ ਸੀ ਪਰਿਵਾਰਾਂ ਦੇ ਪਰਿਵਾਰ ਇਹ ਲੜ ਰਿਹਾ ਸੀ ਇਕੱਠੇ ਹੋ ਕੇ, ਤੇ ਪੀੜ੍ਹੀ ਦਰ ਪੀੜ੍ਹੀ ਲੜਨਾ ਸੀ। ਜਦੋਂ ਕੋਈ ਕੌਮਾਂ ਪੀੜ੍ਹੀ ਦਰ ਪੀੜ੍ਹੀ ਆਪਣੀ ਇੱਕ ਪੀੜ੍ਹੀ ਦੀ ਲੜਾਈ ਦੂਜੀ ਪੀੜ੍ਹੀ ਤੱਕ ਦੇ ਜਾਂਦੀ, ਉਹਦੇ ਮਨ 'ਚ ਭਰ ਦਿੰਦੀਆਂ ਭਾਈ ਈਨ ਨਹੀਂ ਮੰਨਣੀ, ਜੰਗ ਲੜਨੀ ਆ ਜਾਂ ਬਾਗੀ ਰਹਿਣਾ ਹੈ, ਉਦੋਂ ਤੱਕ ਬਾਗੀ ਰਹਿਣਾ ਹੈ ਜਦ ਤੱਕ ਬਾਦਸ਼ਾਹ ਤੁਹਾਡੇ ਹੱਥੀ ਦੀ ਆ ਜਾਂਦੀ, ਜਦ ਤੱਕ ਰਾਜ ਤੁਹਾਡੇ ਹੱਥੀ ਰਹਿੰਦਾ ਉਹ ਕੌਮਾਂ ਫਿਰ ਰਾਜ ਕਰਦੀਆਂ। ਸੋ ਇਹ ਰਾਜ ਦੀ ਭਾਵਨਾ ਪੀੜ੍ਹੀ ਦਰ ਪੀੜ੍ਹੀ ਲੜ ਕੇ ਦਾ, ਔਰ ਸਰਸਾ ਨਦੀ ਦਾ ਮਹੱਤਵ ਸੀਗਾ। ਇੱਕ ਗੱਲ ਹੋਰ, ਸਤਿਗੁਰੂ ਨੇ ਜਿਹੜੀ ਗੱਲ ਸਿਖਾਈ ਸੀ ਨਾ, ਜਦੋਂ ਤੁਸੀਂ ਹਥਿਆਰ ਸਿੱਟ ਦਿੰਦੇ ਸਮਝ ਲਓ ਤੁਸੀਂ ਈਨ ਮੰਨ ਲੈਂਦੇ ਆ ਜੀ। ਆਨੰਦਪੁਰ ਛੱਡ ਦਿੱਤਾ ਜੀ, ਕਿਲੇ ਛੱਡ ਦਿੱਤੇ, ਹਾਂਜੀ ਕੀਮਤੀ ਸਮਾਨ ਛੱਡ ਦਿੱਤਾ, ਸਾਰਾ ਕੁਝ ਛੱਡ ਕੇ ਤੁਰੇ ਹੈਗੇ ਆ, ਪਰ ਹਥਿਆਰ ਨਹੀਂ ਛੱਡੇ ਜੀ। ਤੇ ਸਰਸਾ ਨਦੀ ਤੇ ਹੁਣ ਘੇਰਾ ਪੈ ਗਿਆ ਆ, ਜੇ ਉਹਨਾਂ ਦੇ ਲਲਕਾਰੇ ਮਾਰੇ ਜਾ ਰਹੇ ਆ ਕਿ ਹੁਣ ਹਥਿਆਰ ਛੱਡ ਦਿਓ ਤੁਹਾਡੀ ਜਾਨ ਬਚ ਜਾਊਗੀ। ਹਾਂਜੀ ਤੇ ਸਤਿਗੁਰੂ ਨੇ ਕਿਹਾ ਨਹੀਂ, ਜਦੋਂ ਇੱਕ ਵਾਰੀ ਹਥਿਆਰ ਚੱਕ ਲਿਆ ਉਦੋਂ ਛੱਡੀ ਦੇ ਨਹੀਂ ਹੁੰਦੇ, ਜੀਂਦੇ ਜੀ ਇਹਨਾਂ ਦੇ ਹੱਥ ਜੀ ਹੋਣਾ। ਸਰਸਾ ਨਦੀ ਦੇ ਉੱਤੇ ਸਿੱਖ ਲੜ ਰਹੇ ਆ, ਲੱਖਾਂ 'ਚ ਘਰੇ ਹੋਏ ਲੜ ਰਹੇ ਆ, ਕੋਈ ਕਿਲਾ ਨਹੀਂ ਆਲੇ ਦੁਆਲੇ, ਬਚਾਅ ਦਾ ਕੋਈ ਸਾਧਨ ਨਹੀਂ, ਪਰ ਫਿਰ ਵੀ ਲੜ ਰਹੇ, ਹਥਿਆਰ ਨਹੀਂ ਛੱਡੇ, ਤੇ ਵੱਲ ਈਨ ਨਹੀਂ ਮੰਨੀ। ਇਹ ਜਿਹੜੀ ਜੰਗ ਜਾਰੀ ਰੱਖਣ ਵਾਲੀ ਗੱਲ ਹੈ, ਜਿਹੜਾ ਅਸੀਂ ਹਥਿਆਰ ਨਹੀਂ ਛੱਡੇ, ਇਸ ਗੱਲ ਦਾ ਮਹੱਤਵ ਹੈ। ਇਹ ਮਹੱਤਵ ਜਿਹੜਾ ਹੈ, ਇਸ ਮਹੱਤਵ ਨੂੰ ਸਮਝਣ ਦੀ ਲੋੜ ਹੈ, ਇਸ ਗੱਲ ਨੂੰ ਕਿ ਸਤਿਗੁਰ ਦੇ ਸਿੱਖਾਂ ਨੇ ਕਿਲਿਆਂ 'ਚ ਬੈਠਿਆਂ ਵੀ ਹਥਿਆਰ ਨਹੀਂ ਛੱਡੇ ਜੀ। ਸਤਿਗੁਰ ਦੇ ਸਿੱਖਾਂ ਦੇ ਕਿਲੇ ਛੱਡਣ ਤੋਂ ਬਾਅਦ ਵੀ ਹਥਿਆਰ ਨਹੀਂ ਛੱਡੇ, ਔਰ ਪੂਰੇ ਸਿੱਖ ਇਤਿਹਾਸ ਦੇ ਵਿੱਚ ਜੀ ਜਦੋਂ ਕਦੇ ਔਖਾ ਸਮਾਂ ਆਉਂਦਾ ਆ ਤੇ ਸਿੱਖ ਬੈਠ ਕੇ ਸੋਚਦਾ ਕਿ ਉਹ ਸਰਸਾ ਨਦੀ ਨਾਲ ਕੰਢਾ ਔਖਾ ਸਮਾਂ ਤਾਂ ਨਹੀਂ ਆਊਗਾ ਜਿਹੜਾ ਸਰਸਾ ਨਦੀ ਦੇ ਕੰਢੇ ਤੇ ਵਾਪਰਿਆ, ਜਿਹਦੇ ਬਾਰੇ ਢਾਡੀ ਗਾਉਂਦੇ ਆ ਕਿ ਸਰਸਾ ਨਦੀ ਤੇ ਪਿਆ ਵਿਛੋੜਾ, ਕਿਧਰੇ ਬਾਜ ਤੇ ਕਿਧਰੇ ਘੋੜਾ ਤੇ ਲਾਲਾਂ ਦਾ ਹੋ ਗਿਆ ਜੋੜਾ, ਉਦੋਂ ਔਖਾ ਸਮਾਂ ਤਾਂ ਨਹੀਂ ਆਊਗਾ ਕਿ ਚਾਰੇ ਬੰਦੇ ਦੁਸ਼ਮਣ ਨਜ਼ਰ ਆ ਰਿਹਾ, ਲੱਖਾਂ ਨੇ ਘੇਰਾ ਪਾਇਆ ਹੋਇਆ। ਸਤਿਗੁਰੂ ਨੇ ਨਾ ਉੱਥੇ ਆਪ ਹਥਿਆਰ ਸੁੱਟੇ ਆ, ਨਾ ਸਿੱਖਾਂ ਨੂੰ ਹਥਿਆਰ ਸੁੱਟਣ ਦਿੱਤੇ, ਨਾ ਸਿੱਖਾਂ ਨੇ ਹਥਿਆਰ ਸੁੱਟੇ ਆ, ਤੇ ਸਿੱਖ ਨੇ ਆਪਣੀ ਜ਼ਿੰਦਗੀ 'ਚ ਕਦੀ ਹਥਿਆਰ ਨਹੀਂ ਸੁੱਟਣੇ, ਕਦੀ ਈਨ ਨਹੀਂ ਮੰਨਣੀ। ਹਥਿਆਰ ਸੁੱਟਣ ਦਾ ਮਤਲਬ ਇਕੱਲੇ ਹਥਿਆਰ ਸੁੱਟਣੇ ਨਹੀਂ ਹੁੰਦਾ, ਹਥਿਆਰ ਸੁੱਟਣ ਦਾ ਮਤਲਬ ਹੁੰਦਾ ਕਦੀ ਵੀ ਦਿਲ ਨਹੀਂ ਛੱਡਣਾ। ਜ਼ਿੰਦਗੀ 'ਚ ਕਿਸੇ ਵੀ ਸਮੇਂ ਤੁਹਾਡੇ ਮੂਹਰੇ ਕੋਈ ਮੁਸੀਬਤ ਆ ਸਕਦੀ ਆ, ਕਦੀ ਆਪਣਾ ਸਿਧਾਂਤ ਨਹੀਂ ਛੱਡਣਾ, ਕਦੀ ਆਪਣਾ ਦਿਲ ਨਹੀਂ ਛੱਡਣਾ। ਨਿਸ਼ਚੈ ਕਰ ਆਪਣੀ ਜੀਤ ਕਰੂ, ਨਿਸ਼ਚੈ ਕਰ ਆਪਣੀ ਜੀਤ ਕਰੂ, ਨਿਸ਼ਚੈ ਕਰ ਆਪਣੀ ਜੀਤ ਕਰੂ, ਜਿਹੜਾ ਗੁਰੂ ਗੋਬਿੰਦ ਸਿੰਘ ਦਾ ਨਾਰਾ ਆ, ਉਹਨੂੰ ਆਪਣੇ ਹਿਰਦੇ 'ਚ ਹਮੇਸ਼ਾ ਸਾਫ਼ ਰੱਖਣਾ। ਸਰਸਾ ਨਦੀ ਦੇ ਕੰਢੇ ਦਾ ਇਹ ਵੀ ਸੁਨੇਹਾ ਆ। ਔਰ
ਸਰਸਾ ਨਦੀ ਤੇ ਲੜੀ ਦੀ ਜੰਗ ਕਿੱਡੀ ਕੁ ਵੱਡੀ ਹੋਏਗੀ ਜੀ ਉਹ ਸਮਝ ਲੈਣਾ ਚਾਹੀਦਾ। ਜਦੋਂ ਸਤਿਗੁਰੂ ਨੇ ਆਨੰਦਪੁਰ ਦੇ ਵਿੱਚ ਜੰਗ ਸ਼ੁਰੂ ਕੀਤੀ ਉਦੋਂ ਸਤਿਗੁਰੂ ਦੇ ਕੋਲ ਸਾਡਾ ਇਤਿਹਾਸਕਾਰ ਕਹਿੰਦੇ ਨੇ 5000 ਸਿੱਖ ਸੀ ਜੀ ਤੇ ਜਦੋਂ ਆਨੰਦਪੁਰ ਸਤਿਗੁਰੂ ਨੇ ਛੱਡਿਆ ਉਦੋਂ ਸਤਿਗੁਰੂ ਕੋਲ ਤਕਰੀਬਨ 2000 ਸੀ ਹਾਂਜੀ 3000 ਸਿੰਘ ਆਨੰਦਪੁਰ ਦੀਆਂ ਜੰਗਾਂ ਦੇ ਵਿੱਚ ਸ਼ਹੀਦ ਹੋ ਚੁੱਕਾ ਸੀਗਾ। ਹਾਂਜੀ ਜਦੋਂ ਹੁਣ ਸਰਸਾ ਛੱਡੀ ਜਦੋਂ ਸਤਿਗੁਰੂ ਛੱਡ ਕੇ ਇੱਥੇ ਸਰਸਾ ਦੇ ਕੰਢੇ ਤੱਕ ਆ ਗਿਆ ਉਦੋਂ ਸਤਿਗੁਰੂ ਕੋਲ ਸਾਰੇ 2000 ਸਿੱਖ ਸੀਗੇ। ਕੁਝ ਬਜ਼ੁਰਗ ਵੀ ਸੀ ਕੁਝ ਬੱਚੇ ਵੀ ਸੀ ਪਰ ਬਹੁਤੇ ਸਿੰਘ ਉਹ ਸੀ ਜਿਹੜੇ ਲੜ ਸਕਦੇ ਸੀ ਜੀ। ਤੇ ਜਦੋਂ ਸਤਿਗੁਰੂ ਇੱਥੋਂ ਸਰਸਾ ਤੋਂ ਛੱਡ ਕੇ ਚਮਕੌਰ ਦੀ ਗੜੀ ਤੱਕ ਪਹੁੰਚਦੇ ਆ ਹਾਂਜੀ ਕਿੰਨੇ ਸਿੰਘ ਬਚਦੇ ਸੀ ਸਤਿਗੁਰੂ ਕੋਲ 40 ਸਿੰਘ। 40 ਸੀ ਆਪਾਂ ਉਹ ਤਾਂ ਜਗ ਜਾ ਰਿਹਾ ਨਾ ਗੱਲ ਜੀ, ਜੀ, ਜੀ। ਕਿ 40 ਸਿੰਘ ਦੋ ਸਾਹਿਬਜ਼ਾਦੇ ਤੇ 43ਵੇਂ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ ਦੇ ਵਿੱਚ ਆ 2000 ਸਿੰਘਾਂ ਚੋਂ 40 ਬਚਦੇ ਆ ਤੇ ਕਿੰਨੀ ਕੁ ਵੱਡੀ ਜੰਗ ਹੋਈ ਹੋਊਗੀ ਕਿ ਚਮਕੌਰ ਤੱਕ ਜਾਂਦੇ ਆ ਸਤਿਗੁਰੂ ਕੋਲੋਂ ਸਿਰਫ 40 ਸਿੱਖ ਬਚੇ ਆ ਕਿੰਨੇ ਕੁ ਸਿੰਘ ਸ਼ਹੀਦ ਹੋਏ ਹੋਣਗੇ। ਇਹ ਗਿਣਤੀ ਘਟ ਕਿੱਦਾਂ ਗਈ 2000 ਤੋਂ 40 ਕਿੱਦਾਂ ਰਹਿ ਗਿਆ ਉਹਦੇ ਤਿੰਨ ਕਾਰਨ ਬਣਦੇ ਆ। ਕੁਝ ਸਿੱਖ ਉੱਥੋਂ ਸਰਸਾ ਨਦੀ ਦੇ ਕੰਢੇ ਤੇ ਵਿਛੜ ਗਿਆ ਜੀ ਉਹ ਵਿਛੜਨ ਦੇ ਬਾਅਦ ਦੂਰ ਜਾ ਕੇ ਪਾਰ ਲੱਗੇ ਆਪੋ ਆਪਣੇ ਘਰਾਂ ਨੂੰ ਤੁਰ ਪਏ ਕੋਈ ਪਤਾ ਨਹੀਂ ਸੀ ਕਿੱਥੇ ਨਿਕਲੇ ਆ ਕਿੱਥੋਂ ਨਹੀਂ ਨਿਕਲਣਾ ਹੈਗਾ। ਹਾਰੇ ਇੱਕ ਤਰ੍ਹਾਂ ਦਾ ਜੰਗ ਲੜਦੇ ਲੜਦੇ ਆਏ ਸੀ ਔਰ ਸਰਸਾ ਨਦੀ ਨੂੰ ਰੋੜ ਕੇ ਦੂਰ ਤੱਕ ਲੈ ਗਈ ਤੇ ਜਿੱਧਰ ਨੂੰ ਮੂੰਹ ਆਇਆ ਉਧਰ ਨੂੰ ਤੁਰ ਪਿਆ। ਕੁਛ ਤਾਂ ਉਹ ਸੀਗੇ ਉਹਦੀ ਸਾਡੇ ਕੋਲ ਉਦਾਹਰਨ ਵੀ ਮਿਲਦੀ ਜਿਹੜੇ ਬਚ ਕੇ ਗਿਆ ਉਹਨਾਂ 'ਚ ਭਾਈ ਮਣੀ ਸਿੰਘ ਬਚ ਕੇ ਗਿਆ ਜੀ ਭਾਈ ਬੱਜਰ ਸਿੰਘ ਜੀ ਬਚ ਕੇ ਗਿਆ ਸਰਸਾ ਨਦੀ ਦੇ ਪਾਣੀ ਦੇ ਵੇਗ ਦੇ ਨਾਲ। ਭਾਈ ਬੱਜਰ ਸਿੰਘ ਦਾ ਇੱਕ ਦੋਤਾ ਬਚ ਕੇ ਗਿਆ ਬੀਬੀ ਭਿੱਖਾ ਦਾ ਪੁੱਤਰ ਇਹ ਸਾਡੇ ਇਤਿਹਾਸ 'ਚ ਜ਼ਿਕਰ ਮਿਲਦਾ ਜਿਹੜਾ ਮੈਂ ਕਹਿ ਰਿਹਾ। ਔਰ ਮਾਤਾ ਗੁਜਰੀ ਜੀ ਸਰਸਾ ਦੇ ਪਾਣੀ ਦੇ ਨਾਲ ਵਿਛੜ ਕੇ ਬਚ ਕੇ ਗਿਆ ਉੱਥੇ ਸਰਸਾ ਤੋਂ ਬਚ ਕੇ ਗਿਆ ਬਾਅਦ 'ਚ ਬੇਸ਼ੱਕ ਛੋਟੇ ਸਾਹਿਬਜ਼ਾਦੇ ਨਾਲ ਸੀ ਉਹਨਾਂ ਦੇ ਬੇਸ਼ੱਕ ਸ਼ਹੀਦ ਹੋਏ ਆ। ਭਾਈ ਮਣੀ ਸਿੰਘ ਜੀ ਤੇ ਮਾਤਾ ਸਾਹਿਬ ਕੌਰ ਜੀ ਤੇ ਮਾਤਾ ਸੁੰਦਰ ਕੌਰ ਜੀ ਤੇ ਭਾਈ ਜਵਾਹਰ ਸਿੰਘ ਜੀ ਦਿੱਲੀ ਵਾਲੇ ਜਿਨ੍ਹਾਂ ਦਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਉਹ ਦਿੱਲੀ ਵੱਲ ਨੂੰ ਚਲੇ ਗਿਆ। ਉਹਨਾਂ ਨਾਲ ਭਾਈ ਧੰਨਾ ਸਿੰਘ ਵੀ ਸੀਗੇ ਇਹ ਸਾਰੇ ਦਿੱਲੀ ਵੱਲ ਨੂੰ ਚਲੇ ਗਿਆ ਇਹ ਵੀ ਬਚ ਕੇ ਗਿਆ। ਇਦਾਂ ਦੇ ਸਾਡੇ ਕੋਲ ਕੁਝ ਉਦਾਹਰਨਾਂ ਮਿਲਦੀਆਂ ਮਤਲਬ ਸਰਸਾ ਨਦੀ ਦੇ ਵਿਛੋੜੇ ਤੋਂ ਕੁਝ ਸਿੰਘ ਬਚ ਕੇ ਘੇਰੇ ਚੋਂ ਬਾਹਰ ਨਿਕਲੇ ਉਹ ਵੱਖ-ਵੱਖ ਟਿਕਾਣਿਆਂ ਵੱਲ ਨੂੰ ਤੁਰ ਗਿਆ। ਬੱਜਰ ਸਿੰਘ ਦਾ ਨਹੀਂ ਪਤਾ ਲੱਗਦਾ ਕਿਹੜੇ ਟਿਕਾਣੇ ਵੱਲ ਤੁਰਿਆ ਉਹਦਾ ਆਪਣੇ ਦੋਤੇ ਨੂੰ ਨਾਲ ਲੈ ਕੇ ਕਿੱਧਰ ਵੱਲ ਨੂੰ ਗਿਆ ਪਰ ਉਹ ਫੌਜਾਂ ਦੇ ਹੱਥ ਨਹੀਂ ਆਇਆ। ਬਾਅਦ ਚੱਪੜਚਿੜੀ ਦੀ ਜੰਗ ਜਾ ਕੇ ਸ਼ਹੀਦ ਹੋਇਆ ਸੀ ਉਹਦਾ ਜਦੋਂ ਸਮਾਂ ਆਇਆ ਉਦੋਂ ਜ਼ਿਕਰ ਕਰਾਂਗੇ। ਭਾਈ ਮਣੀ ਸਿੰਘ ਵੀ ਬਾਅਦ 'ਚ ਸ਼ਹੀਦ ਹੋਏ ਪਰ ਦਿੱਲੀ ਵੱਲ ਨਿਕਲ ਗਿਆ ਸੀਗੇ। ਔਰ ਸਾਹਿਬ ਸਿੰਘ ਮਾਤਾ ਸਾਹਿਬ ਕੌਰ ਦਾ ਭਰਾ ਜੀ ਇਹ ਵੀ ਦਿੱਲੀ ਤੱਕ ਨਿਕਲ ਗਿਆ। ਮਾਮਾ ਕਿਰਪਾਲ ਜੀ ਆਪਾਂ ਕਦੀ ਜੰਗ ਦੇ ਵਿੱਚ ਸਾਰਾ ਜ਼ਿਕਰ ਨਹੀਂ ਕੀਤਾ ਬੜੇ ਯੋਧੇ ਦੇ ਤੌਰ ਤੇ ਲੜੇ ਅਨੰਦਪੁਰ ਦੀਆਂ ਜਗ੍ਹਾ ਸਰਸਾ ਨਦੀ ਪਾਰ ਕਰਨ ਲੱਗਿਆ। ਇਹ ਵੀ ਆਪਣੇ ਮਾਮਾ ਕਿਰਪਾਲ ਜੀ ਮਾਤਾ ਗੁਜਰੀ ਜੀ ਦੇ ਨਾਲ ਹੀ ਸਰਸਾ ਪਾਰ ਕੀਤੀ ਪਰ ਭੈਣ ਨਾਲੋਂ ਵਿਛੜ ਗਿਆ। ਇਹ ਦਿੱਲੀ ਪਹੁੰਚਣ 'ਚ ਕਾਮਯਾਬ ਹੋ ਗਿਆ। ਮਾਤਾ ਗੁਜਰੀ ਜੀ ਜਿਹੜੇ ਸੀਗੇ ਉਹ ਛੋਟੇ ਸਾਹਿਬਜ਼ਾਦਿਆਂ ਨਾਲ ਸਰਹੰਦ ਤੱਕ ਪੁੱਜ ਗਿਆ ਸੀ ਉਹ ਇੱਕ ਵੱਖਰਾ ਇਤਿਹਾਸ ਹੈ ਪਰ ਇਹ ਸਾਰੇ ਸਰਸਾ ਤੇ ਵਿਛੜੇ। ਕੁਝ ਉਦਾਹਰਨਾਂ ਸਾਨੂੰ ਇਹ ਮਿਲਦੀਆਂ ਇੱਕ ਵੱਡਾ ਹਿੱਸਾ ਇਦਾਂ ਵਿਛੜਿਆ ਹੋਊਗਾ 2000 ਚੋਂ 40 ਰਹਿਣ ਦਾ ਤੇ ਜਿਹੜੇ 40 ਦਾ ਜਿਹੜੇ ਵਿਛੜ ਗਿਆ ਜੀ ਬਾਕੀ ਜਿਹੜੇ 40 ਦਾ ਹੈਗਾ ਬਾਕੀ ਜਿਹੜੇ ਸਾਰੇ ਦੇ ਸਾਰੇ ਸਰਸਾ ਨਦੀ ਦੇ ਕੰਢੇ ਸ਼ਹੀਦ ਹੋਏ ਜੀ। ਵੱਡੀ ਗਿਣਤੀ ਇੱਕ ਸਰਸਾ ਨਦੀ ਦੇ ਕੰਢੇ ਤੇ ਇਸ ਜੰਗ ਦੇ ਵਿੱਚ ਸ਼ਹੀਦ ਹੋਇਆ। ਕੁਝ ਉੱਚੀ ਟਿੱਬੀ ਦੇ ਕੋਲ ਸ਼ਹੀਦ ਹੋਇਆ ਕੁਝ ਸਰਸਾ ਪਾਰ ਕਰਦੇ ਸ਼ਹੀਦ ਹੋਇਆ ਕੁਝ ਫੌਜਾਂ ਨੂੰ ਡੱਕਦਿਆਂ ਸ਼ਹੀਦ ਹੋਇਆ। ਔਰ ਉਹਨਾਂ ਦੀਆਂ ਜਿਹੜੇ ਸ਼ਹੀਦ ਹੋਏ ਆ ਮੇਰੇ ਖਿਆਲ ਦੇ ਵਿੱਚ ਜਿੰਨੀ ਕੋ ਇਤਿਹਾਸ ਦੀ ਮੈਂ ਟੋਹ ਲਈ ਆ ਸੈਂਕੜੇ ਸ਼ਹੀਦ ਹੋਏ ਹੋਣਗੇ ਉੱਥੇ ਜੀ ਪਰ ਸਾਡੇ ਕੋਲ ਉਹਨਾਂ ਦੇ ਸ਼ਹੀਦ ਹੋਇਆ ਦਾ ਇਤਿਹਾਸ ਨਹੀਂ ਮਿਲਦਾ ਬਹੁਤਾ। ਸਿਰਫ ਸਰਸਾ ਨਦੀ ਦੇ ਕੰਢੇ ਸ਼ਹੀਦ ਹੋਣ ਵਾਲਿਆਂ ਦਾ 4 ਦਾ ਇਤਿਹਾਸ ਮਿਲਦਾ ਹੈ। ਠੀਕ ਹੈ ਇੱਕ ਭਾਈ ਉਦੇ ਸਿੰਘ ਜੀ ਉੱਥੇ ਸ਼ਹੀਦ ਹੋਏ ਆ ਹਾਂਜੀ ਇੱਕ ਬੀਬੀ ਭਿੱਖਾ ਸਿੰਘ ਜੀ ਉੱਥੇ ਸ਼ਹੀਦ ਹੋਏ ਆ ਜੀ ਇੱਕ ਭਾਈ ਦਿਆਲ ਸਿੰਘ ਜੀ ਉੱਥੇ ਸ਼ਹੀਦ ਹੋਏ ਆ। ਔਰ ਇਹ ਸਾਡੇ ਕੋਲ 3-4 ਜਿਹੜੇ ਨਾਂ ਜਿਹੜੇ ਮਿਲਦੇ ਹੈਗੇ ਇਹਨਾਂ ਦਾ ਆਪਾਂ ਜ਼ਿਕਰ ਉੱਥੇ ਕਰਾਂਗੇ। ਇੱਕ ਭਾਈ ਬਚਿੱਤਰ ਸਿੰਘ ਜੀ ਭਾਈ ਉਦੇ ਸਿੰਘ ਜਿਹੜੇ ਭਰਾ ਸੀ ਉੱਥੇ ਜ਼ਖਮੀ ਹੋਏ ਆ ਜਿਹੜੇ ਬਾਅਦ ਚ ਜਾ ਕੇ ਸ਼ਹੀਦ ਹੋਏ ਸੀਗੇ। ਇਹਨਾਂ ਸਾਰੇ 3-4 ਵਿਅਕਤੀਆਂ ਦਾ ਸਾਡੇ ਕੋਲ ਇਤਿਹਾਸ ਮਿਲਦਾ ਜਿਹੜਾ ਉਹਦਾ ਆਪਾਂ ਆਉਣ ਵਾਲੇ ਐਪੀਸੋਡਾਂ ਦੇ ਵਿੱਚ ਜ਼ਿਕਰ ਵੀ ਜ਼ਰੂਰ ਕਰਾਂਗੇ। ਔਰ ਪ੍ਰੋਫੈਸਰ ਸਾਹਿਬ ਸਿੰਘ ਨੇ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਗੁਰਬਾਣੀ ਵਿਆਕਰਨ ਵੀ ਲਿਖੀ ਆ ਜੀ ਜੀ ਔਰ ਜਿਹਨੇ ਗੁਰ ਇਤਿਹਾਸ ਵੀ ਸਾਰਾ ਲਿਖਿਆ। ਗੁਰੂ ਨਾਨਕ ਸਾਹਿਬ ਦਾ ਜੀਵਨ ਇੱਕ ਕਿਤਾਬ ਦੇ ਵਿੱਚ ਤੇ ਅਸ਼ਟ ਗੁਰੂ ਜੀਵਨ ਜਿਹੜਾ ਸੀਗਾ ਉਹ ਦੂਜੇ ਪਾਤਸ਼ਾਹ ਤੋਂ ਲੈ ਕੇ 9ਵੇਂ ਤੱਕ ਅਸ਼ਟਗੁਰੂ ਇਤਿਹਾਸ ਜਿਹੜਾ ਆ ਦੂਜੇ ਪਾਤਸ਼ਾਹ ਤੋਂ 9ਵੇਂ ਤੱਕ ਦੂਜੀ ਜਿਲਦ ਤੇ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਇਤਿਹਾਸ ਹੈ ਤੀਜੀ ਜਿਲਦ ਤੇ ਗੁਰੂ ਗੋਬਿੰਦ ਸਿੰਘ ਦਾ ਇਤਿਹਾਸ ਲਿਖਦਿਆਂ ਪ੍ਰੋਫੈਸਰ ਸਾਹਿਬ ਸਿੰਘ ਕਹਿੰਦੇ ਆ ਕਿ ਬੜੀ ਅਜਮਾਇਸ਼ ਦਾ ਸਮਾਂ ਸੀ ਸਰਸਾ ਨਦੀ। ਬਿਲਕੁਲ ਬੜੀ ਵੱਡੀ ਅਜਮਾਇਸ਼ ਦਾ ਸਮਾਂ ਸੀ। ਨਗਰ ਦੀ ਫਸੀਲ ਦੀ ਓਟ ਵਿੱਚ ਤਾਂ ਕੋਈ ਵੀ ਥੋੜੀ ਗਿਣਤੀ ਨਾਲ ਲੜ ਸਕਦਾ ਹੈ ਜੀ। ਕਿਲੇ 'ਚ ਬੈਠ ਕੇ ਤਾਂ ਕੋਈ ਥੋੜੀ ਗਿਣਤੀ ਲੜ ਸਕਦਾ। ਮਹੀਨਿਆਂ ਬੱਧੀ ਬਾਰੀ ਘੇਰਾ ਪਾ ਕੇ ਬੈਠਾ ਹੋਵੇ ਫੇਰ ਵੀ ਲੜ ਸਕਦਾ ਆ। ਮਹੀਨਿਆਂ ਬੱਧੀ ਬੈਠੇ ਬੈਠ ਤੇ ਦੰਦ ਖੱਟੇ ਕੀਤੇ ਜਾ ਸਕਦੇ ਆ। ਜਦ ਤੱਕ ਅੰਦਰ ਅੰਨ ਤੇ ਅਸਲਾ ਮਿਲਦਾ ਰਹੇ ਤਦ ਤੱਕ ਲੜਿਆ ਜਾ ਸਕਦਾ ਆ।
ਪਰ ਖੁੱਲੇ ਮੈਦਾਨ ਦੇ ਵਿੱਚ ਲੱਖਾਂ ਦੇ ਟੱਕਰੇ ਲੜਨਾ ਜਿਹੜਾ ਨਾ ਸੌਖਾ ਨਹੀਂ ਹੁੰਦਾ, ਖਾਸ ਕਰਕੇ ਉਦੋਂ ਜਦੋਂ ਤੁਹਾਡੀ ਗਿਣਤੀ ਆਟੇ 'ਚ ਲੂਣ ਦੇ ਬਰਾਬਰ ਵੀ ਨਾ ਹੋਵੇ। ਜੀ ਜੀ, ਇਹ ਪ੍ਰੋਫੈਸਰ ਸਾਹਿਬ ਦੇ ਬੋਲਿਆ ਹਾਂਜੀ, ਲੂਣ ਦੇ ਬਰਾਬਰ ਵੀ ਨਾ ਹੋਵੇ ਹਾਂਜੀ। ਤੇ ਉਦੋਂ ਔਰ ਵੈਰੀ ਜਿਹੜੇ ਕਹਿ ਰਿਹਾ ਹੁਣ ਤੁਹਾਡੀ ਜਾਨ ਬਖਸ਼ੀ ਦਿੱਤੀ ਜਾਊਗੀ, ਤੁਸੀਂ ਹਥਿਆਰ ਸੁੱਟ ਦਿਓ, ਉਦੋਂ ਵੀ ਹਥਿਆਰ ਨਾ ਸੁੱਟਣੇ। ਵੈਰੀ ਨੇ ਵਾਰ-ਵਾਰ ਹਥਿਆਰ ਸੁੱਟਣ ਦੀ ਪ੍ਰੇਰਨਾ ਕਰਨੀ, ਪਰ ਉਦੋਂ ਵੀ ਗੁਰੂ ਦਾ ਸੰਗ ਨਾ ਛੱਡਣਾ, ਉਦੋਂ ਵੀ ਹਥਿਆਰ ਨਾ ਸੁੱਟਣੇ। ਇਹ ਆ ਪਰਖ ਦਾ ਸਮਾਂ ਸੀ, ਤੇ ਪਰਖ ਦਾ ਸਭ ਤੋਂ ਔਖਾ ਸਮਾਂ ਸੀ। ਉਹਦੇ 'ਚ ਸਿੰਘ ਜਿਹੜੇ ਸੀ ਪਾਸ ਹੋਏ। ਸਰਸਾ ਨਦੀ ਦਾ ਇਹ ਮਹੱਤਵ ਆ। ਬਿਲਕੁਲ ਜੀ, ਮੇਰਾ ਖਿਆਲ ਸਮਾਂ ਹੋ ਗਿਆ। ਹਾਂਜੀ, ਜਦੋਂ ਤੁਸੀਂ ਦੱਸ ਰਹੇ ਸੀ ਮਨ ਤਾਂ ਬਹੁਤ ਉਦਾਸ ਵੀ ਹੋ ਰਿਹਾ ਸੀ, ਖੁਸ਼ ਵੀ ਹੋ ਰਿਹਾ। ਦੇਖੋ 2000 ਜਿੱਦਾਂ ਸਤਿਗੁਰੂ ਜੀ ਦੇ ਕੋਲ ਸਿੱਖ ਸੀ, ਉਹਦੇ ਵਿੱਚੋਂ 16 ਜਿੱਦਾਂ 40 ਸਿੰਘ ਰਹਿ ਗਏ ਸੀ ਸਤਿਗੁਰੂ ਦੇ ਕੋਲ। 1600 ਜਿਹੜੇ ਸਿੰਘ ਸੀ ਉਹ ਕੁਝ ਵਿਛੜ ਗਏ, ਕੁਝ ਸ਼ਹੀਦ ਹੋ ਗਏ। ਬਹੁਤ ਹੀ ਦੁਖਦਾਇਕ ਉਦਾਸਮਈ ਟਾਈਮ ਵੀ ਸੀ, ਪਰ ਫਿਰ ਵੀ ਸਤਿਗੁਰੂ ਦੇ ਸਿੰਘਾਂ ਦੀ ਹਮੇਸ਼ਾ ਚੜ੍ਹਦੀ ਕਲਾ ਮਨ ਦੇ ਵਿੱਚ ਇੱਕ ਕਹਿ ਦਈਏ ਕਿ ਉੱਚੇ ਸੋਚ ਨੂੰ ਸਤਿਗੁਰੂ ਜੀ ਨੇ ਆਪਣੇ ਸਿੰਘਾਂ ਵਿੱਚ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਇਹ ਸਰਸਾ ਨਦੀ ਦਾ ਜਿਹੜਾ ਮਹੱਤਵ ਸੀ, ਬਹੁਤ ਜ਼ਿਆਦਾ ਮਹੱਤਵ ਹੈ ਸਿੱਖ ਇਤਿਹਾਸ ਦੇ ਵਿੱਚ। ਵੀਰ ਜੀ ਨੇ ਬਹੁਤ ਪਿਆਰ ਸਤਿਕਾਰ ਦੇ ਨਾਲ ਦੱਸਿਆ। ਪ੍ਰੋਗਰਾਮ ਕਰਦੇ ਸਾਡੇ ਕੋਲ ਗਲਤੀ ਹੋਵੇ ਦੋਵੇਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ। ਅਗਲੇ ਐਪੀਸੋਡ ਵਿੱਚ ਆਪ ਜੀ ਨਾਲ ਫਿਰ ਮੁਲਾਕਾਤ ਹੋਵੇਗੀ। ਇੱਥੇ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। देश पर मोहे है, शुभ कर्म ते कभू न डरूं और सोच अब जाए लड़ूं, निश्चय कर अपनी जीत करूं।